ਹਾਲੇਲੂਇਆ। ਹਾਲੇਲੂਇਆ। ਸੋ ਪ੍ਰਭੂ ਦਾ ਧੰਨਵਾਦ। ਇਹਨੂੰ ਕਹਿੰਦੇ ਆ ਕੀਮਤ ਦੇਣਾ। ਕੀ ਕਹਿੰਦੇ ਜੀ? ਕੀਮਤ ਦੇਣਾ। ਕੁਛ ਕਸ਼ਟ ਸਹਿ ਕੇ ਉਹਦੀ ਬਾਣੀ ਸੁਣਨਾ ਜਾਂ ਉਹਦੇ ਘਰ ਦੇ ਵਿੱਚ ਆਉਣਾ। ਸੋ ਧੰਨਵਾਦ ਹੋ। ਅਸੀਂ ਪਿਛਲੇ ਸੈਸ਼ਨ ਦੇ ਵਿੱਚ ਅਸੀਂ ਸਿੱਖ ਰਹੇ ਸੀ ਪ੍ਰਭੂ ਦੇ ਵਚਨ ਦੇ ਵਿੱਚੋਂ ਸੱਚੇ ਸੁੱਖ ਦੀ ਪ੍ਰਾਪਤੀ। ਕੀ ਸੀਗਾ ਜੀ? ਸੱਚੇ ਸੁੱਖ ਦੀ ਪ੍ਰਾਪਤੀ। ਬੰਦਾ ਕਹਿੰਦਾ ਮੈਨੂੰ ਨਾ ਸੁੱਖ ਹੈ, ਨਾ ਚੈਨ ਹੈ, ਨਾ ਆਰਾਮ ਹੈ, ਸਗੋਂ ਬੇਚੈਨੀ ਆਉਂਦੀ। ਪਰਮੇਸ਼ਰ ਕਹਿੰਦਾ ਮੈਂ ਤਾਂ ਤੁਹਾਡੇ ਲਈ ਸੋਚਾਂ ਬਹੁਤ ਚੰਗੀਆਂ ਸੋਚੀਆਂ, ਬੁਰਾਈ ਦੀਆਂ ਸੋਚਾਂ ਸੋਚੀਆਂ ਨਹੀਂ, ਸ਼ਾਂਤੀ ਦੀਆਂ ਸੋਚਾਂ ਸੋਚੀਆਂ। ਫਿਰ ਆਪਾਂ ਦੇਖਿਆ ਕਿ ਜੇਕਰ ਇਹ ਤੂੰ ਕਹਿੰਦਾ ਕਿ ਮੈਨੂੰ ਸ਼ਾਂਤੀ ਨਹੀਂ, ਆਰਾਮ ਨਹੀਂ, ਚੈਨ ਨਹੀਂ, ਬੇਚੈਨੀ ਆਉਂਦੀ ਹੈ, ਤੇ ਇਹਦਾ ਮਤਲਬ ਆ ਕਿ ਮੇਰੇ ਕੰਨ ਤਾਂ ਭਾਰੇ ਨਹੀਂ। ਹਾਲੇਲੂਇਆ। ਹਾਲੇਲੂਇਆ। ਮੇਰੇ ਕੰਨ ਭਾਰੇ ਨਹੀਂ, ਸੁਣ ਨਾ ਮੇਰਾ ਹੱਥ ਛੋਟਾ ਹੈ ਕਿ ਬਚਾਵੇ ਨਾ। ਤੁਹਾਡੀਆਂ ਅਪਰਾਧਾਂ ਦੇ ਕਾਰਨ ਤੁਹਾਡੇ ਵਿੱਚ ਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਈ। ਹਾਲੇਲੂਇਆ। ਸੋ ਸਾਡੇ 'ਚ ਬੇਚੈਨੀ ਰਹਿਣ ਦਾ ਮਤਲਬ ਇਹਨਾਂ ਜਪ ਤਪ ਕਰਨ ਦੇ ਬਾਵਜੂਦ ਵੀ ਬੇਚੈਨੀ ਆ, ਇਹਨਾਂ ਦਾਨ ਪੁੰਨ ਕਰਨ ਦੇ ਬਾਵਜੂਦ ਵੀ ਬੇਚੈਨੀ ਆ, ਹੈ ਨਾ, ਨਿਤਨੇਮ ਕਰਨ ਦੇ ਬਾਵਜੂਦ ਵੀ ਬੇਚੈਨੀ ਹੈ। ਇਹਦਾ ਮਤਲਬ ਆ ਕਿ ਸਾਡੇ ਤੇ ਸਾਡੇ ਪਰਮੇਸ਼ਰ ਵਿੱਚ ਕੀ ਪਈ ਹੋਈ ਆ? ਜੁਦਾਈ ਪਈ। ਉਹ ਜੁਦਾਈ ਦੀ ਦੀਵਾਰ ਢਾਈ ਨਹੀਂ, ਤੇ ਅਸੀਂ ਆਪਣੇ ਤਰੀਕਿਆਂ ਦੇ ਨਾਲ, ਆਪਣੀ ਭਗਤੀ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸੁੱਖ ਮਿਲ ਜੇ। ਹਾਲੇਲੂਇਆ। ਸੋ ਇਹਦਾ ਸਿੱਟਾ ਕੀ ਨਿਕਲਦਾ ਹੈ? ਜਦੋਂ ਅਸੀਂ ਸੁੱਖ ਪ੍ਰਾਪਤ ਕਰਦੇ ਹਾਂ ਆਪਣੀ ਅਕਲ ਦੇ ਨਾਲ, ਆਪਣੀ ਭੱਜ ਦੌੜ ਦੇ ਨਾਲ, ਉਹ ਜਿਹੜਾ ਸੁੱਖ ਦਾ ਹੱਥ 'ਚ ਆਉਣ ਵਾਲਾ ਹੀ ਹੁੰਦਾ ਆ, ਤੇ ਉਹ ਰੂਪ ਕਿਹਦਾ ਲੈ ਲੈਂਦਾ ਆ? ਦੁੱਖ ਦਾ। ਹਾਲੇਲੂਇਆ। ਇੱਕ ਘਰ ਦੇ ਬਾਰੇ ਸਾਨੂੰ ਪਤਾ ਆ, ਬੜਾ ਜ਼ਬਰਦਸਤ ਉਹਨਾਂ ਨੇ ਘਰ ਕੋਠੀ ਬਣਾਈ, ਔਰ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਨਾ ਸਾਰੀ ਰਿਸ਼ਤੇਦਾਰੀ ਨੂੰ, ਸਾਰੇ ਪਿੰਡ ਨੂੰ ਸੱਦਣਾ ਆ, ਚੱਠ ਕਰਨੀ ਆ। ਅਤੇ ਉਹਨਾਂ ਨੇ ਸਾਰਿਆਂ ਨੂੰ ਬੜੇ ਚਾਵਾਂ ਦੇ ਨਾਲ ਕਾਰਡ ਵਗੈਰਾ ਵੰਡੀ। ਇੱਕ ਪਰਿਵਾਰ ਉਹਨਾਂ ਦਾ ਰਿਸ਼ਤੇਦਾਰ ਸੀਗਾ, ਅਤੇ ਕਹਿੰਦੇ ਸੀ ਆਪਾਂ ਉਹਨਾਂ ਦੇ ਕੋਲ ਸਾਰਿਆਂ ਨੇ ਇਕੱਠੇ ਹੀ ਜਾਣਾ ਹੈ। ਗੱਡੀ ਵੱਡੀ ਸੀ ਉਹਨਾਂ ਕੋਲ, ਸਾਰਾ ਟੱਬਰ ਇਕੱਠੇ ਗਏ। ਕਹਿੰਦੇ ਆਪਾਂ ਉਹਨਾਂ ਸਾਰਿਆਂ ਨੇ ਇਕੱਠਿਆਂ ਨੇ ਸੁਨੇਹਾ ਦੇ ਕੇ ਆਉਣਾ। ਉਹ ਅਜੀਜ਼ ਸੀ, ਖਾਸ ਸੀ ਉਹਨਾਂ ਦੀ। ਉਹਨਾਂ ਨੂੰ ਸੁਨੇਹਾ ਦੇਣ ਗਏ, ਪਰ ਵਾਪਸ ਆਏ, ਰਸਤੇ ਵਿੱਚ ਐਕਸੀਡੈਂਟ ਹੋ ਗਿਆ, ਸਾਰੇ ਹੀ ਖਤਮ ਹੋ ਗਏ। ਕੋਠੀ ਉੱਦਾਂ ਦੀ ਉੱਦਾਂ ਬਣੀ ਰਹਿ ਗਈ। ਹਾਲੇਲੂਇਆ। ਹਾਲੇਲੂਇਆ। ਸੋ ਅਸੀਂ ਜੋ ਕੁਛ ਇੱਥੇ ਬਣਾਉਂਦੇ ਹਾਂ, ਕਿ ਉਹ ਸਾਡੇ ਨਾਸ਼ ਦਾ ਕਾਰਨ ਤਾਂ ਨਹੀਂ, ਹੈ ਨਾ, ਜਾਂ ਅਸੀਂ ਬਣਾਉਂਦੇ ਹਾਂ ਸੁੱਖ ਕਿਸੇ ਕੋਈ ਦੂਜਾ ਉਹਦਾ ਭਾਲੀ ਜਾਂਦਾ ਹੈ। ਸੋ ਇਹ ਚੀਜ਼ਾਂ ਵਚਨ ਸਾਨੂੰ ਦੱਸਦਾ ਹੈ, ਜੇਕਰ ਇਹ ਖਾਈ ਨਾ ਭਰੀ ਗਈ, ਇਹ ਦੀਵਾਰ ਨਾ ਢਾਈ ਗਈ, ਤੇ ਫਿਰ ਸਾਡੀ ਭਗਤੀ ਦਾ ਕੋਈ ਫਾਇਦਾ ਨਹੀਂ, ਸਾਡੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ, ਸਾਡੇ ਕਿਸੇ ਵੀ ਜਪ ਤਪ ਦਾ ਕੋਈ ਫਾਇਦਾ ਨਹੀਂ। ਇਹ ਦੀਵਾਰ ਟੱਟਣੀ ਆ। ਔਰ ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਵਚਨ ਦੇ ਵਿੱਚੋਂ ਕਿ ਤੇਰਾ ਫੱਟ ਜਿਹੜਾ ਨਾ ਸਾਗਰ ਨਾਲੋਂ ਕੀ ਹੈ ਭਲਾ? ਗਹਿਰਾ। ਜਿਹੜਾ ਫੱਟ ਸਾਨੂੰ ਪਾਪ ਦਾ ਲੱਗਾ ਹੋਇਆ ਆ, ਜਿਹੜਾ ਜ਼ਖਮ ਸਾਨੂੰ ਪਾਪ ਦਾ ਹੋਇਆ ਆ, ਇਹ ਕਿੰਨਾ ਗਹਿਰਾ ਹੈ ਜੀ? ਸਮੁੰਦਰ ਨਾਲੋਂ ਵੀ ਗਹਿਰਾ। ਹਾਲੇਲੂਇਆ। ਹਾਲੇਲੂਇਆ। ਦੁਨੀਆ 'ਚ ਰਹਿੰਦੇ ਹੋਏ ਹੋ ਸਕਦਾ ਹੈ ਅਸੀਂ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਬਾਬਿਆਂ ਕੋਲ ਜਾ ਕੇ, ਕਬਰਾਂ 'ਤੇ ਜਾ ਕੇ, ਤਾਂਤਰਿਕਾਂ ਕੋਲ ਜਾ ਕੇ, ਜਾਦੂਗਰਾਂ ਦੇ ਥਰੂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਸਰੀਰਕ ਸੁੱਖ ਨੂੰ ਪਾ ਲਈਏ, ਸਰੀਰ ਦੀ ਚਾਹਤ ਪੂਰੀ ਕਰ ਲਈਏ। ਪਰ ਇਹ ਸਰੀਰ ਜਾਂ ਸਰੀਰਕ ਸੁੱਖ ਪਾਇਆ ਹੋਇਆ ਸਰੀਰ ਦੇ ਨਾਲ ਹੀ ਕੀ ਹੋ ਜਾਣਾ ਆ? ਨਾਸ਼ ਹੋ ਜਾਣਾ। ਕਿਉਂਕਿ ਅਸਲੀ ਸੁੱਖ ਜਿਹੜਾ ਆ ਉਹ ਕਿੱਥੋਂ ਤੱਕ ਆਉਣਾ ਆ? ਸਾਡੇ ਪ੍ਰਾਣ ਤੇ ਸਾਡੀ ਆਤਮਾ ਤੱਕ। ਅਸੀਂ ਇਕੱਲੇ ਸਾਰੇ ਲੋਕ ਕੀ ਕਰਦੇ ਰਹਿੰਦੇ ਆ? ਸਰੀਰ ਦੇ ਸੁੱਖ ਲਈ ਭੱਜ ਦੌੜ ਕਰਦੇ ਰਹਿੰਦੇ, ਸਰੀਰ ਦੇ ਸੁੱਖ ਲਈ ਬੰਦਗੀ ਭਗਤੀ ਕਰਦੇ ਰਹਿੰਦੇ ਆ, ਤੇ ਉਹਦਾ ਕਰਕੇ ਸਾਨੂੰ ਸਰੀਰ ਦੇ ਸੁੱਖ ਦਾ ਵੀ ਜਿਹੜਾ ਸਵਾਦ ਆਉਂਦਾ, ਸਵਾਦ ਨਹੀਂ ਆਉਂਦਾ। ਹਾਲੇਲੂਇਆ। ਇਸ ਲਈ ਸਰੀਰ ਦੇ ਵਾਸਤੇ ਅਸੀਂ ਇੱਕ ਮਿਸਾਲ ਦਿੰਦੇ ਹੁੰਦੇ ਆ ਕਿ ਜਦੋਂ ਕੋਈ ਥੈਲੀ ਆ, ਕੋਈ ਆਪਾਂ ਪੰਨੀ ਦੇ ਵਿੱਚ ਕਿਸੇ ਦੇ ਵਿੱਚ ਕੁਛ ਲੈ ਕੇ ਜਾ ਰਹੇ ਆ, ਫੜਾ ਮੈਨੂੰ ਬੜੇ ਮੰਨ ਲਓ ਪਲਾਸਟਿਕ ਦੀ ਪੰਨੀ ਆ, ਉਹਦੇ ਵਿੱਚ ਅਸੀਂ ਕੋਈ ਕੀਮਤੀ ਸਮਾਨ ਲੈ ਕੇ ਜਾ ਰਹੇ ਹਾਂ। ਅਚਾਨਕ ਘਰ ਜਾਂਦੇ ਰਸਤੇ ਵਿੱਚ ਉਹ ਪੰਨੀ ਫਟਣੀ ਸ਼ੁਰੂ ਹੋ ਗਈ, ਤੇ ਤੁਸੀਂ ਮੈਨੂੰ ਮਾੜਾ ਜਿਹਾ ਦੱਸ ਦਿਓ, ਮੈਨੂੰ ਨਹੀਂ ਪਤਾ ਉਹਦੇ ਬਾਰੇ। ਪੰਨੀ ਫਟਣੀ ਸ਼ੁਰੂ ਹੋ ਗਈ, ਵਿੱਚ ਕੀਮਤੀ ਸਮਾਨ ਆ, ਸਾਡਾ ਧਿਆਨ ਹੁਣ ਪੰਨੀ ਵੱਲ ਆਉਣਾ ਆ ਜਾਂ ਕੀਮਤੀ ਸਮਾਨ ਵੱਲ? ਹਾਂਜੀ, ਨਹੀਂ ਸਾਰੇ ਸੁਣ ਰਹੇ ਆ ਜੀ, ਧੁੱਪ ਦਾ ਆਨੰਦ ਮਾਣਨ ਡੇ? ਹਾਲੇਲੂਇਆ। ਕਾਹਦੇ ਵੱਲ ਧਿਆਨ ਹੋਣਾ ਸਾਡਾ? ਥੈਲੀ ਵੱਲ ਜਾਂ ਅੰਦਰਲੇ ਕੀਮਤੀ ਸਮਾਨ ਵੱਲ? ਹਾਲੇਲੂਇਆ। ਤੇ ਜਿਹੜਾ ਸਮਝਦਾਰ ਹੈ ਉਹ ਸਮਾਨ ਨੂੰ ਕੀ ਕਰ ਲਊਗਾ? ਸੰਭਾਲ ਲਊਗਾ। ਨਹੀਂ ਤਾਂ ਥੈਲੀ ਵੀ ਗਈ ਤੇ ਸਮਾਨ ਵੀ ਗਿਆ। ਇਹ ਹਾਲ ਹੈ ਅੱਜ ਸਾਡਾ। ਹਾਲੇਲੂਇਆ। ਸਾਡਾ ਕੀਮਤੀ ਸਮਾਨ ਇਸ ਥੈਲੀ ਵਿੱਚ, ਸਰੀਰ ਰੂਪੀ ਜਾਮੇ ਦੇ ਵਿੱਚ ਜਿਹੜਾ ਅਸਲੀ ਸਮਾਨ ਆ ਉਹ ਹੈਗਾ ਪ੍ਰਾਣ ਤੇ ਆਤਮਾ। ਇਹਦੇ ਵਾਸਤੇ ਬੰਦਗੀ ਭਗਤੀ ਬਹੁਤ ਘੱਟ ਹੁੰਦੀ ਹੈ।
ਹਾਲੇਲੂਇਆ। ਇਹਦੇ ਵਾਸਤੇ ਚਰਚਾਂ ਦੇ ਵਿੱਚ ਵੀ ਬੰਦਗੀ ਬਹੁਤ ਜ਼ਿਆਦਾ ਘੱਟ ਆ। ਚਰਚ ਦੇ ਵਿੱਚ ਵੀ ਆ ਜਾਓ, ਤੁਹਾਡੀਆਂ ਬਿਮਾਰੀਆਂ ਚੰਗੀਆਂ ਹੋ ਜਾਣਗੀਆਂ। 4-5 ਪੋਸਟਰਾਂ ਤੇ ਫੋਟੋਆਂ ਲਾਤੀਆਂ, ਫਲਾਨਾ ਬਿਮਾਰ, ਫਲਾਨੀ ਥਾਂ ਚੰਗਾ ਹੋਇਆ, ਉਹਦਾ ਐਡਰੈਸ ਲਿਖ ਦਿੱਤਾ। ਲੋਕੀ ਤਾਂ ਕਿ ਭੱਜੇ ਆਉਣ ਆਪਣੀਆਂ ਬਿਮਾਰੀਆਂ, ਦੁੱਖ ਤਕਲੀਫਾਂ ਨੂੰ ਦੂਰ ਕਰਾਉਣ ਦੇ ਵਾਸਤੇ, ਜਿਹੜੀਆਂ ਸਰੀਰ ਦੇ ਨਾਲ ਸੰਬੰਧਿਤ ਆ। ਪਰ ਆਤਮਾ ਦੇ ਨਾਲ, ਪ੍ਰਾਣ ਦੇ ਨਾਲ, ਹਾਲੇਲੂਇਆ, ਸਾਡਾ ਜਿਹੜਾ ਜ਼ਖਮ ਆ ਨਾ ਉਹ ਗਹਿਰਾ ਆ, ਸਰੀਰ ਤੋਂ ਲੈ ਕੇ ਪ੍ਰਾਣ ਨੂੰ ਚੀਰਦਾ ਆ, ਆਤਮਾ ਤੱਕ ਇਹਦਾ ਪ੍ਰਭਾਵ ਆਇਆ ਹੋਇਆ, ਅਸਰ ਆਇਆ ਹੋਇਆ ਆ। ਤੇ ਉਹਦੇ ਲਈ ਫਿਰ ਸਾਨੂੰ ਦੇਖਣਾ ਪੈਣਾ ਆ ਕਿ ਇਹ ਕਿੱਦਾਂ, ਇਹ ਜਿਹੜਾ ਸਾਗਰਾਂ ਜਿੱਡਾ ਜ਼ਖਮ ਆ, ਇਹਨੂੰ ਫਿਰ ਕੋਈ ਇਨਸਾਨ ਤਾਂ ਠੀਕ ਕਰ ਸਕਦਾ ਨਹੀਂ। ਇਨਸਾਨ ਦਾ ਕੋਈ ਤਰੀਕਾ ਇਹਨੂੰ ਠੀਕ ਕਰ ਸਕਦਾ ਨਹੀਂਗਾ। ਹਾਲੇਲੂਇਆ। ਇੱਕ ਪਰਮੇਸ਼ਰ ਹੀ ਆ ਜਿਹੜਾ ਸਮੁੰਦਰ ਨੂੰ ਪਾੜ ਸਕਦਾ ਆ ਤੇ ਸਮੁੰਦਰ ਨੂੰ ਜੋੜ ਸਕਦਾ। ਹਾਲੇਲੂਇਆ। ਇਹ ਸਮੁੰਦਰ ਰੂਪੀ ਜਿਹੜੇ ਫੱਟ ਆ, ਇਹਨੂੰ ਖੁਦਾ ਤੋਂ ਇਲਾਵਾ ਹੋਰ ਕੋਈ ਭਰ ਸਕਦਾ ਨਹੀਂ। ਇਹਨੂੰ ਹੋਰ ਕੋਈ ਇਹਨੂੰ ਸੀ ਸਕਦਾ ਨਹੀਂ। ਤੇ ਜੇ ਇਹ ਸੀ ਹੋਣਾ ਆ ਤੇ ਉਹਦੇ ਲਈ ਸਾਨੂੰ ਧਿਆਨ ਕਰਨਾ ਪੈਣਾ ਆਪਣੇ ਪਾਪ ਵੱਲ ਨੂੰ। ਆਪਾਂ ਸਾਰਿਆਂ ਨੂੰ ਪਤਾ ਕੀ ਲਿਲਵਣੀ ਲੱਗੀ ਹੋਈ ਆ, ਬਸ ਮੇਰੀ ਉਹ ਆਸ ਪੂਰੀ ਹੋ ਜਾਏ, ਮੇਰੀ ਉਹ ਆਸ ਪੂਰੀ, ਮੇਰਾ ਇੱਧਰੋਂ ਸੂਤ ਆ ਜਾਏ, ਇੱਧਰੋਂ ਸੂਤ ਆ ਜਾਏ, ਹੈ ਨਾ, ਇੱਧਰੋਂ ਖੱਟ ਲਈਏ, ਉੱਧਰੋਂ ਖੱਟ ਲਈਏ। ਮੈਂ ਤਾਂ ਕਹਿੰਦਾ ਨਾ, ਤੁਸੀਂ ਕੋਠੀਆਂ ਬਣਾ ਲਓ, ਵੱਡੇ ਵੱਡੇ ਮਨਾਰੇ ਬਣਾ ਲਓ, ਹੈਲੀਕਾਪਟਰ ਲਿਆ ਕੇ ਖੜੇ ਕਰ ਲਓ, ਜਹਾਜ਼ ਲੈ ਲਓ, ਬੈਂਕਾਂ ਸਾਰੀਆਂ ਪੂਰੀਆਂ ਭਰ ਦਿਓ, ਖੜੇ ਹੋਣ ਦੀ ਵਿੱਚ ਜਗ੍ਹਾ ਨਾ ਰਵੇ ਨੋਟਾਂ ਦੇ ਨਾਲ। ਜਦੋਂ ਮਰਨਾ ਆ ਤੇ ਇਹਦੇ 'ਚ ਇੱਕ ਵੀ ਨੋਟ ਤੁਹਾਡੇ ਨਾਲ ਜਾਣਾ, ਇੱਕ ਜਹਾਜ਼ ਹੀ ਲੈ ਜਾਓ ਨਾਲ। ਹਾਲੇਲੂਇਆ। ਸਿੱਧਾ ਮਤਲਬ ਕੁਛ ਵੀ ਜਾਣਾ ਨਹੀਂ। ਸੋ ਇਹ ਹਨੇਰਾ ਸਾਡੇ ਤੋਂ ਕਦੋਂ ਜਾਊ, ਸਾਡੀ ਕਦੋਂ ਬੁੱਧ ਖੁੱਲੂਗੀ ਕਿ ਅਸੀਂ ਆਪਣੀ ਅੰਦਰਲੇ ਸਮਾਨ ਨੂੰ ਸੈੱਟ ਕਰਨ ਲਈ ਭਗਤੀ ਕਰਨਾ ਸ਼ੁਰੂ ਕਰੀਏ। ਅੰਦਰਲਾ ਸਮਾਨ ਠੀਕ ਕਰਨ ਲਈ ਬ੍ਰਦਰ ਹੁਣੀ ਦੁਆ ਕਰ ਰਹੇ ਸੀਗੇ ਨਾ, ਤਾਂ ਕਿ ਸਾਡੇ ਮਨ ਦੀਆਂ ਅੱਖਾਂ ਖੁੱਲ ਜਾਣ, ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਸੱਦੇ ਦੀ ਕੀ ਆਸ ਆ। ਹਾਲੇਲੂਇਆ। ਉਹ ਮੂਰਖ ਆ, ਉਹ ਬੇਵਕੂਫ ਹੈ ਜਿਹੜੀ ਸੱਦੇ ਦੀ ਆਸ ਨੂੰ ਸਰੀਰਕ ਤੌਰ ਤੇ ਸਮਝਦਾ। ਕਹਿੰਦਾ ਜੇ ਤੁਸੀਂ ਸਰੀਰ ਦੀਆਂ ਗੱਲਾਂ ਤੇ ਮਨ ਲਗਾਇਆ ਤੇ ਸੰਸਾਰ ਵਿੱਚ ਤੁਸੀਂ ਬਹੁਤ ਵੱਡੇ ਦੁਰਭਾਗੇ ਵਾਲੇ ਆ, ਹਨਾ, ਤਰਸਯੋਗ ਆ, ਜੇਕਰ ਤੁਸੀਂ ਇਕੱਲਾ ਸਰੀਰ ਤੇ ਮਨ ਲਗਾਇਆ ਹੋਇਆ। ਮਨ ਕਿੱਥੇ ਲਗਾਉਣਾ ਸੀ? ਪ੍ਰਾਣ ਤੇ ਔਰ ਆਤਮਾ। ਦੇਖੋ ਬੰਦਾ ਪਰਮੇਸ਼ਰ ਨੇ ਬਣਾਇਆ, ਇਹਦੇ 'ਚ ਸਰੀਰ, ਪ੍ਰਾਣ ਤੇ ਆਤਮਾ ਰੱਖਿਆ। ਇਹ ਜਿਹੜਾ ਆਤਮਾ ਰੱਖਿਆ ਇਹ ਬੰਦੇ ਵਿੱਚ ਰੱਖਿਆ ਆ, ਕਿਸੇ ਖੋਤੇ, ਘੋੜੇ, ਸੱਪ ਦੇ ਵਿੱਚ ਰੱਖਿਆ ਨਹੀਂ। ਹਾਲੇਲੂਇਆ। ਕਿਸੇ ਜਾਨਵਰ ਵਿੱਚ ਆਤਮਾ ਨਹੀਂ ਰੱਖਿਆ। ਕਿਉਂ? ਕਿਉਂਕਿ ਪ੍ਰਮਾਤਮਾ ਆਤਮਾ ਆ ਔਰ ਆਤਮਾ ਦੇ ਨਾਲ ਸੰਗਤੀ ਕਰਨਾ ਚਾਹੁੰਦਾ। ਇਸੇ ਲਈ ਪਰਮੇਸ਼ਰ ਨੇ ਆਦਮ ਦੇ ਵਿੱਚ ਆਤਮਾ ਰੱਖਿਆ, ਸਾਡੇ ਵਿੱਚ ਆਤਮਾ ਰੱਖਿਆ, ਤਾਂ ਕਿ ਉਹਦੀ ਆਤਮਾ ਨਾਲ ਸਾਡੀ ਆਤਮਾ ਦਾ ਕੀ ਹੋ ਜਾਵੇ? ਮੇਲ ਹੋ ਜਾਵੇ। ਹਾਲੇਲੂਇਆ। ਹਾਲੇਲੂਇਆ। ਪਰ ਸਾਡੀ ਆਤਮਾ ਦਾ ਮੇਲ ਹੋਣਾ ਹੈ ਤੇ ਗਧੇ ਘੋੜੇ ਕੀ ਕਰਨੇ ਪੈਣੇ? ਅੰਦਰੋਂ ਕੱਢਣੇ ਪੈਣੇ, ਚਿੱਕੜ ਚੁੱਕੜ ਸਾਫ਼ ਕਰਨਾ ਪੈਣਾ ਆ। ਤੇ ਚਿੱਕੜ ਸਾਫ਼ ਕਰਨਾ ਆ ਤੇ ਉਹਦੇ ਲਈ ਵੀ ਸਾਨੂੰ ਤੌਬਾ ਕਰਨੀ ਪੈਣੀ ਤੇ ਨਾਲ ਮੁੜਨਾ ਪੈਣਾ ਆ। ਆਪਾਂ ਦੇਖ ਰਹੇ ਸੀ ਪਿਛਲੀ ਵਾਰ 'ਚ, ਪਹਿਲੇ ਸੈਸ਼ਨ ਦੇ ਵਿੱਚ, ਕਿ ਅਸੀਂ ਕੀ ਕਰ ਰਹੇ ਹਾਂ? ਅਸੀਂ ਸੰਸਾਰ 'ਚੋਂ ਸੁੱਖ ਭਾਲਦੇ ਹਾਂ, ਧਰਤੀ ਤੋਂ ਸੁੱਖ ਭਾਲਦੇ ਹਾਂ। ਪਰ ਵਚਨ 'ਚ ਲਿਖਿਆ ਤੌਬਾ ਕਰੋ ਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤੇ ਸਵਰਗ 'ਚੋਂ ਸੁੱਖ ਦੇ ਦਿਨ ਆਉਣ। ਕਿੱਥੋਂ ਆਉਣੇ ਸੁੱਖ ਦੇ ਦਿਨ ਬਈ? ਸਾਰੇ ਬੋਲੋ। ਜਿਹਨਾਂ ਗਰਮੀ ਲੱਗਦੀ ਉਹ ਵੀ ਬੋਲੋ, ਜਿਹੜੇ ਮਜਬੂਰੀ ਨਾਲ ਬੈਠੇ ਉਹ ਵੀ ਬੋਲੋ। ਹਾਲੇਲੂਇਆ। ਹੁਣ ਪਿਛਲੀ ਵਾਰੀ ਕਾਫੀ ਜਣੇ ਸੀਗੇ ਨਾ ਤੇ ਹੁਣ ਵਿਚਾਰੇ ਘਟ ਗਏ ਆ। ਕਾਰਨ ਕੀ ਹੋਇਆ? ਉਹ ਕਹਿੰਦੇ ਅਸੀਂ ਨਹੀਂ ਗਰਮੀ 'ਚ ਬਹਿ ਸਕਦੇ। ਪਰ ਉਹ ਕਹਿੰਦਾ ਠੀਕ ਹੈ ਵੀ ਮੰਮੀ ਤੈਨੂੰ ਅੱਗ ਤੋਂ ਬਚਾ ਸਕਦਾ। ਇੱਥੇ ਜਿਹੜਾ ਥੋੜੀ ਜਿਹੀ ਸਹਿਲ ਹੋਗਾ ਨਾ, ਉੱਥੇ ਵੱਡੀ ਅੱਗ ਤੋਂ ਕੀ ਹੋ ਜਾਊਗਾ? ਬਚ ਜਾਊਗਾ। ਹਾਲੇਲੂਇਆ। 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 ਸੋ ਸੁੱਖ ਮਿਲਣਾ ਆ ਤੇ ਵਾਪਸ ਮੁੜਨ ਤੇ ਮਿਲਣਾ ਆ। ਤੇ ਅਸੀਂ ਖੁਦਾ ਵੱਲ ਨੂੰ ਮੁੜੀਏ ਤੇ ਖੁਦਾ ਸਾਡੇ ਨਾਲ ਕੀ ਕਰਦਾ ਆ? ਖੁਦਾ ਇੱਕ ਆਦਮ ਦੇ ਵਾਸਤੇ ਉਹਨੇ ਆਪਣੇ ਆਪ ਨੂੰ 3 ਹਿੱਸਿਆਂ ਵਿੱਚ ਪੇਸ਼ ਕੀਤਾ ਆ। ਸਿਰਫ ਆਦਮ ਦੇ ਵਾਸਤੇ, ਕਿਸੇ ਜਾਨਵਰ ਦੇ ਵਾਸਤੇ, ਕਿਸੇ ਫਰਿਸ਼ਤੇ ਵਾਸਤੇ ਨਹੀਂ। ਇੱਥੋਂ ਤੱਕ ਕਿ ਲੂਸੀਫਰ ਜਿਹੜਾ ਉਹਦੇ ਹੱਥ ਦੀ ਕਲਾ ਸੀਗੀ ਖੁਦਾ ਦੀ, ਉਹਦੀ ਕਲਾ ਦੇ ਵਿੱਚ, ਕਾਇਨਾਤ ਵਿੱਚ ਦੇਖੀਏ ਖੁਦਾ ਦੀ ਕਲਾ ਤੇ ਸਭ ਤੋਂ ਉੱਤਮ ਨਮੂਨਾ ਜਿਹੜਾ ਸੀ ਲੂਸੀਫਰ ਸੀਗਾ। ਉਹਦੇ ਲਈ ਵੀ ਖੁਦਾ ਨੇ ਆਪਣੇ ਆਪ ਨੂੰ 3 ਹਿੱਸਿਆਂ ਵਿੱਚ ਪੇਸ਼ ਕੀਤਾ ਨਹੀਂ। ਹਾਲੇਲੂਇਆ। ਹੋਰ ਵੀ ਫਰਿਸ਼ਤੇ ਬੜੇ ਪ੍ਰਬਲ, ਬੜੇ ਸੁੰਦਰ, ਬੜੇ ਅਧਿਕਾਰੀ ਫਰਿਸ਼ਤੇ ਆ, ਕਿਸੇ ਲਈ ਨਹੀਂ, ਕਿਸੇ ਜਾਨਵਰ ਲਈ ਨਹੀਂ, ਸਿਰਫ ਇਨਸਾਨ ਲਈ ਉਹਨੇ ਆਪਣੇ ਆਪ ਨੂੰ 3 ਹਿੱਸਿਆਂ ਵਿੱਚ ਪੇਸ਼ ਕੀਤਾ ਆ, ਪਿਤਾ, ਪੁੱਤਰ ਔਰ ਪਵਿੱਤਰ ਆਤਮਾ। ਹਾਲੇਲੂਇਆ। ਸੋ ਆਓ ਫਿਰ ਜਦੋਂ ਕੋਈ ਇਨਸਾਨ ਪਰਮੇਸ਼ਰ ਵੱਲ ਮੁੜਦਾ,
ਇਸ ਲਈ ਤੌਬਾ ਕਰੋ ਤੇ ਮੁੜੋ। ਇੱਥੇ ਮੁੜੋ ਸ਼ਬਦ ਦੇ ਉੱਤੇ ਥੋੜੀ ਦੇਰ ਆਪਾਂ ਰੁਕਦੇ ਹਾਂ। ਜਦੋਂ ਮੁੜਨਾ ਆ ਤੇ ਮੁੜਨ ਦੇ ਨਾਲ ਸਾਨੂੰ ਕੀ ਲਾਭ ਹੋ ਸਕਦਾ ਆ, ਕੀ ਫਾਇਦਾ ਹੋ ਸਕਦਾ ਆ, ਉਹਨੂੰ ਆਪਾਂ ਵਚਨ ਦੇ ਵਿੱਚੋਂ ਪੜ੍ਹਦੇ ਹਾਂ। ਯਹੋਨਾ ਦੀ ਅੰਜੀਲ ਪਹਿਲਾ ਹੀ ਅਧਿਆਇ ਉਹਦੀ 12 ਆਇਤ। ਥੋੜੀ ਉੱਚੀ ਆਵਾਜ਼ ਨਾਲ ਪੜ੍ਹ ਦੋਗੇ ਸਭ ਤੋਂ ਵਧੀਆ ਹੈ, ਜੇਕਰ ਮਾਈਕ ਲੈ ਲਓਗੇ ਤਾਂ ਉਹ ਤੋਂ ਹੀ ਵਧੀਆ। ਹਾਲੇਲੂਇਆ। ਯਹੋਨਾ ਦੀ ਅੰਜੀਲ ਪਹਿਲਾ ਅਧਿਆਇ ਉਹਦੀ 12 ਆਇਤ। ਕੋਈ ਵੀ ਪੜ੍ਹ ਦਿਓ, ਬਹੁਤ ਆਨੰਦ ਆਊਗਾ। ਹੋਰ ਥੋੜੀ ਕਿ ਦੇਰ ਤੱਕ ਤੁਹਾਨੂੰ ਗਰਮੀ ਮਹਿਸੂਸ ਹੋਣੀ ਬੰਦ ਹੋ ਜਾਣੀ ਹੈ। ਉਸ ਨੂੰ ਕਬੂਲਿਆ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦੇ ਦਿੱਤਾ। ਹਾਂ, ਹਾਲੇਲੂਇਆ। ਸੋ ਪਰਮੇਸ਼ਵਰ ਵੱਲੋਂ ਸਾਨੂੰ ਕੀ ਆਸ਼ੀਸ਼ ਮਿਲੀ ਆ? ਜਿਹਨੇ ਵੀ ਉਹਨੂੰ ਕਬੂਲ ਕੀਤਾ ਹੈ, ਜਿਹੜਾ ਵੀ ਉਹਦੇ ਵੱਲੋਂ ਮੁੜ ਪਿਆ, ਮਤਲਬ ਪਰਮਾਤਮਾ ਵੱਲੋਂ ਮੂੰਹ ਕਰ ਲਿਆ, ਮੁਹਾਣਾ ਕਰ ਲਿਆ, ਜਿਹਨੇ ਵੀ ਉਹਦੇ ਵੱਲੋਂ ਮੂੰਹ ਕੀਤਾ ਆ, ਮੁੜਿਆ ਆ, ਪਰਮੇਸ਼ਰ ਨੇ ਉਹਨੂੰ ਕੀ ਬਣਾ ਲਿਆ? ਆਪਣੀ ਸੰਤਾਨ ਹੀ ਬਣਾ ਲਿਆ। ਹਾਲੇਲੂਇਆ। ਦੇਖੋ ਕਿੱਡੀ ਵੱਡੀ ਗੱਲ ਆ। ਤੁਸੀਂ ਇੱਥੇ ਮੋਦੀ ਵੱਲ ਮੁੜੋ ਤਾਂ ਮੋਦੀ ਸੰਤਾਨ ਬਣਾ ਲੂ ਤੁਹਾਨੂੰ ਆਪਣੀ। ਉਹ ਤਾਂ ਤੁਹਾਡੇ ਘਰ ਖਾਲੀ ਕਰਕੇ, ਤੁਹਾਡੇ ਖੇਤ ਖੂਤ ਵੀ ਜ਼ਬਤ ਕਰਕੇ, ਠੀਕ ਹੈ ਨਾ, ਤਾਂ ਤੁਹਾਨੂੰ ਉਹਨੇ ਆਪਣਾ ਗੁਲਾਮ ਹੀ ਬਣਾਉਣਾ ਹੈ, ਸੰਤਾਨ ਬਣਾਉਣਾ। ਹਾਲੇਲੂਇਆ। ਅਮਰੀਕਾ ਦਾ ਰਾਸ਼ਟਰਪਤੀ ਹੁਣ ਇੱਕ ਨਵਾਂ ਆਇਆ, ਕਹਿੰਦਾ ਬਹੁਤ ਵਧੀਆ ਜ਼ਬਰਦਸਤ ਬੰਦਾ ਆ, ਉਹਦੇ ਵੱਲ ਵੀ ਆਪਾਂ ਮੁੜਾਂਗੇ ਤੇ ਉਹ ਸਾਨੂੰ ਸੰਤਾਨ ਬਣਾ ਲੂ। ਹਾਲੇਲੂਇਆ। ਪਰ ਇੱਕ ਰਾਜਿਆਂ ਦਾ ਰਾਜਾ ਆ ਜਿਹੜਾ ਕਹਿੰਦਾ ਜੇਕਰ ਕੋਈ ਮੁੜਿਆ ਤੇ ਮੈਂ ਉਹਨੂੰ ਸੰਤਾਨ ਹੀ ਬਣਾ ਲੈਣਾ। ਹਾਲੇਲੂਇਆ। ਗੁਲਾਮ ਪਾਪ ਬਣਾਊਗਾ, ਪਰ ਸੰਤਾਨ ਕੌਣ ਬਣਾਊਗਾ? ਪਰਮੇਸ਼ਵਰ। ਸੋ ਜਿਹੜੇ ਉਹਦੇ ਵੱਲ ਮੁੜਦੇ ਆ ਉਹਨਾਂ ਨੂੰ ਆਪਣੀ ਕੀ ਬਣਾ ਲੈਂਦਾ ਆ? ਸੰਤਾਨ ਬਣਾ ਲੈਂਦਾ, ਪਿਤਾ ਪਰਮੇਸ਼ਵਰ। ਤੇ ਫਿਰ ਪੁੱਤਰ ਦਾ ਵੀ ਕੰਮ ਆ ਨਾ। ਤਿੰਨੇ ਸੱਚ ਆਪਾਂ ਦੇਖਦੇ ਨਾ, ਪਿਤਾ ਨੇ ਪਿਤਾ ਦੇ ਰੂਪ ਦੇ ਵਿੱਚ ਵੀ ਇਨਸਾਨ ਲਈ ਪ੍ਰਗਟ ਹੋਇਆ, ਪੁੱਤਰ ਦੇ ਰੂਪ ਦੇ ਵਿੱਚ ਵੀ ਪ੍ਰਗਟ ਹੋਇਆ, ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਵੀ ਕੀ ਹੋਇਆ? ਪ੍ਰਗਟ ਹੋਇਆ। ਤੇ ਹੁਣ ਪੁੱਤਰ ਦੇ ਰੂਪ ਦੇ ਵਿੱਚ ਕੀ ਕਰਦਾ? ਪਿਤਾ ਦੇ ਰੂਪ ਦੇ ਵਿੱਚ ਕੀ ਕਰ ਲੈਂਦਾ? ਜੇਕਰ ਕੋਈ ਮੁੜਦਾ ਉਹਦੇ ਵੱਲ ਨੂੰ ਕੀ ਬਣਾ ਲੈਂਦਾ ਬਈ? ਸਾਰੇ ਬੋਲੋ, ਕੀ ਬਣਾ ਲੈਂਦਾ? ਹਾਲੇਲੂਇਆ। ਮੈਂ ਕੋਈ ਉਦਾਂ ਥੋੜੀ ਹੈ, ਕੋਈ ਕਨਵੈਨਸ਼ਨ ਹੁੰਦੀ ਆ, ਵੱਡੀ ਸਾਰੀ ਕਨਵੈਨਸ਼ਨ ਹੈ, ਤੇ ਉਹਦੇ ਚ ਇੱਕ ਪਾਦਰੀ ਕਹੀ ਜਾਂਦਾ ਅੱਜ ਤੇਰੀ ਹੱਡੀ ਠੀਕ ਹੋ ਜੂ, ਅੱਜ ਤੇਰਾ ਗੋਡਾ ਠੀਕ ਹੋ ਜੂ, ਅੱਜ ਤੇਰੀ ਰਸੌਲੀ ਗਾਇਬ ਹੋ ਜੂ, ਅੱਜ ਤੇਰਾ ਫਲਾਣਾ। ਉਹਦੇ ਲਈ ਥੋੜੀ ਆਪਾਂ ਬੈਠੇ ਆ। ਹਾਲੇਲੂਇਆ। ਹਾਲੇਲੂਇਆ। ਰਸੌਲੀ ਅੱਜ ਤੁਹਾਡੀ ਗਾਇਬ ਹੋਊਗੀ ਜ਼ਰੂਰ, ਸੱਚੀ ਗੱਲ ਆ, ਪਰ ਨਫ਼ਰਤ ਵਾਲੀ ਹੋਊ। ਹਾਲੇਲੂਇਆ। ਉਹ ਨਹੀਂ ਜਿਹੜੀ ਪਾਣੀ ਵਾਲੀ ਤੇ ਜਾਂ ਉਹ ਦੂਸਰੀ ਹੁੰਦੀ ਮਾਸ ਵਾਲੀ ਰਸੌਲੀ, ਉਹ ਨਹੀਂ ਗਾਇਬ ਹੋਊਗੀ। ਕਿਉਂਕਿ ਅੱਜ ਗਵਾਈਆਂ ਕਿਹਦੀਆਂ ਚੱਲਦੀਆਂ? ਉਹ ਰਸੌਲੀ ਗਾਇਬ ਹੋ ਗਈ, ਗਾਲਾਂ ਫਿਰ ਵੀ ਕੱਢੀ ਜਾਂਦਾ। ਗਾਲਾਂ ਵਾਲੀ ਰਸੌਲੀ ਕੀ ਹੈ ਭਲਾ? ਉੱਥੇ ਹੀ ਆ। ਨਫ਼ਰਤ ਵਾਲੀ ਰਸੌਲੀ, ਈਰਖਾ ਵਾਲੀ ਰਸੌਲੀ ਉੱਥੇ ਹੀ ਆ। ਹਾਲੇਲੂਇਆ। ਅੱਜ ਦਾ ਦਿਨ ਹੈ ਆਪਣੇ ਕੋ ਉਹ ਰਸੌਲੀਆਂ ਕੱਢਣ ਲਈ ਜਿਹਦੇ ਨਾਲ ਪਿਤਾ ਸਾਨੂੰ ਆਪਣੀ ਕੀ ਬਣਾ ਲੈਂਦਾ ਆ? ਸੰਤਾਨ ਬਣਾ ਲੈਂਦਾ। ਤੇ ਪੁੱਤਰ ਕੀ ਕਰਦਾ ਆ? ਉਹਦੇ ਲਈ ਪੜ੍ਹਦੇ ਆਪਾਂ ਯਹੋਨਾ ਦੀ ਅੰਜੀਲ 10 ਅਧਿਆਇ ਉਹਦੀ 28 ਆਇਤ। ਯਹੋਨਾ ਦੀ ਅੰਜੀਲ 10 ਅਧਿਆਇ ਉਹਦੀ 28 ਆਇਤ। ਜਿਵੇਂ ਫੋਨ ਦਿਓ ਪੜ੍ਹਦੀ ਜੀ। ਮੈਂ ਉਹਨਾਂ ਨੂੰ ਸੰਦੀਪਕ ਜਿਉਣ ਦਿੰਦਾ ਹਾਂ। ਸੰਦੀਪਕ ਨਹੀਂ, ਸਦੀਪਕ। ਹਾਂਜੀ ਹਾਂਜੀ, ਸੰਦੀਪਕ ਜਿਉਣ ਦਿੰਦਾ ਹਾਂ। ਹਾਂਜੀ। ਔਰ ਉਹਨਾਂ ਦਾ ਸੰਦੀਪ ਕਾਲ ਤੀਕਰ ਕਦੇ ਨਾਸ਼ ਨਾ ਹੋਵੇ। ਹਾਂ, ਪੁੱਤਰ ਫਿਰ ਕੀ ਦੇ ਦਿੰਦਾ ਬਈ? ਸਦੀਪਕ ਜੀਵਨ। ਸਦੀਪਕ ਜੀਵਨ ਮਤਲਬ ਸਦਾ ਦਾ ਜੀਵਨ। ਸਦਾ ਦਾ ਜੀਵਨ ਮਤਲਬ ਅਨੰਤ ਜੀਵਨ। ਅਨੰਤ ਜੀਵਨ ਮਤਲਬ ਜਿਹੜਾ ਮੁੱਕਦਾ ਹੀ ਚਾਹੀਦਾ ਆਪਾਂ ਨੂੰ ਕਿਸੇ ਨੂੰ? ਕਿਸੇ ਨੂੰ ਇਦਾਂ ਚਾਹੀਦਾ ਆ ਜੀਵਨ, ਅਨੰਤ ਜੀਵਨ। ਹਾਲੇਲੂਇਆ। ਇਹਦਾ ਮਤਲਬ ਆ ਪਿਤਾ ਦੇ ਘਰ ਦੇ ਵਿੱਚ ਜੇ ਪਿਤਾ ਨੇ ਇੱਕ ਪਾਪੀ ਨੂੰ ਜਿਹੜਾ ਆਪਣੇ ਪਾਪ ਵੱਲੋਂ ਮੁੜਿਆ ਪਿਤਾ ਵੱਲ ਵਾਪਸ ਆਇਆ ਆ, ਉਹਨੂੰ ਆਪਣੀ ਸੰਤਾਨ ਬਣਾਇਆ, ਤੇ ਪੁੱਤਰ ਨੇ ਵੀ ਘੱਟ ਕੀਤੀ। ਪੁੱਤਰ ਨੇ ਕੀ ਕਰ ਦਿੱਤਾ? ਸਦਾ ਦਾ ਜੀਵਨ ਦਿੱਤਾ। ਮੰਨ ਲਓ ਪਿਤਾ ਸਾਨੂੰ ਆਪਣੀ ਸੰਤਾਨ ਬਣਾ ਲਵੇ ਤੇ ਜੀਵਨ ਆਪਾਂ ਨੂੰ ਮਿਲੇ ਹੀ ਨਾ, ਫਿਰ ਸੰਤਾਨ ਬਣਨ ਦਾ ਵੀ ਕੋਈ ਫਾਇਦਾ? ਕੋਈ ਫਾਇਦਾ ਨਹੀਂ। ਹਾਲੇਲੂਇਆ। ਇਸ ਲਈ ਪਿਤਾ ਸੰਤਾਨ ਬਣਾਉਂਦਾ ਤੇ ਪੁੱਤਰ ਅਗਲਾ ਕੰਮ ਕਰ ਦਿੰਦਾ, ਕਹਿੰਦਾ ਠੀਕ ਹੈ ਜੀ ਤੁਸੀਂ ਸੰਤਾਨ ਬਣਾ ਲਿਆ, ਮੈਂ ਫਿਰ ਇਹਨੂੰ ਸਦਾ ਦਾ ਜੀਵਨ ਦੇਣਾ ਆ, ਅਨੰਤ ਜੀਵਨ ਦੇਣਾ। ਹਾਲੇਲੂਇਆ। ਸੋ ਕਿਸੇ ਨੇ ਪਰਮੇਸ਼ਰ ਦੀ ਸੰਤਾਨ ਬਣਨਾ ਹੈ ਤੇ ਉਹਨੂੰ ਪਿਤਾ ਕੋਲ ਆਉਣਾ ਪੈਣਾ। ਜੇਕਰ ਕਿਸੇ ਨੇ ਅਨੰਤ ਜੀਵਨ ਪਾਉਣਾ ਆ ਤੇ ਉਹਨੂੰ ਪੁੱਤਰ ਕੋਲ ਆਉਣਾ ਪੈਣਾ ਹੈ। ਹਾਲੇਲੂਇਆ। ਸੋ ਪੁੱਤਰ ਕੀ ਦੇ ਦਿੰਦਾ ਉਹਨੂੰ? ਅਨੰਤ ਜੀਵਨ, ਮੁੱਕਦਾ ਹੀ ਨਹੀਂ ਜੀਵਨ ਉਹ। ਹਾਲੇਲੂਇਆ। ਯਿਸੂ ਮਸੀਹ ਕਹਿੰਦਾ ਮੈਂ ਇਸ ਲਈ ਆਇਆ, ਸ਼ੈਤਾਨ ਆਉਂਦਾ ਆ ਵੱਡੇ ਟੁੱਕੇ ਨਾਸ਼ ਕਰੇ, ਪਰ ਮੈਂ ਕੀ ਕਰਨ ਆਇਆ ਆ? ਮੈਂ ਜੀਵਨ ਦੇਣਾ ਆ, ਸਦਾ ਦਾ ਜੀਵਨ ਦੇਣਾ ਆ, ਭਰਪੂਰ ਜੀਵਨ ਦੇਣਾ ਆ।
ਜੀਵਨ ਵੀ ਹੋਕਿਆਂ ਵਾਲਾ ਨਹੀਂ ਹੋਊਗਾ ਸਾਡੇ ਕੋਲ, ਮਾਰੇ ਗਏ ਲੁੱਟੇ ਗਏ। ਹਾਲੇਲੂਇਆ। ਆ ਕਈ ਮਸੀਹੀ ਆ, ਮਸੀਹ ਚਰਚ ਜਾਂਦੇ, ਸਲਾਮ ਕਰਦੇ, ਸਲਾਮ ਜੀ, ਕਿਦਾਂ ਪਾਦਰੀ ਬੜੇ ਅਚਾਨਕ ਹੋ ਕੇ ਸਲਾਮ ਸਲਾਮ ਜੀ, ਉਹਦਾ ਕੀ ਮਤਲਬ ਹੈ ਨਾ? ਲੱਗਦਾ ਪਾਪ ਹਜੇ ਗਿਆ। ਤੁਹਾਡਾ ਪਾਪ ਚਲਾ ਗਿਆ, ਤੁਹਾਡੀ ਕਿਹਦੇ ਤੋਂ ਪਤਾ ਲੱਗਣਾ? ਸਲਾਮ ਤੋਂ ਪਤਾ ਲੱਗਣਾ, ਤੁਹਾਡੀ ਸਤਿ ਸ੍ਰੀ ਅਕਾਲ ਤੋਂ ਪਤਾ ਲੱਗਣਾ, ਤੁਹਾਡੀ ਨਮਸਤੇ ਤੋਂ ਪਤਾ ਲੱਗ ਜਾਣਾ ਹੈ। ਹਾਲੇਲੂਇਆ, ਹਾਲੇਲੂਇਆ। ਹੋਕਿਆਂ ਦੇ ਜੀਵਨ ਦੇ ਵਿੱਚ ਸਲਾਮ ਵੀ ਹੋਕਿਆਂ ਜਿਹਾ ਵਾਲਾ ਹੁੰਦਾ, ਪਰ ਭਰਪੂਰ ਜੀਵਨ ਦੇ ਵਿੱਚ ਜੇ ਸਲਾਮ ਸਲਾਮ ਜੀ ਸਲਾਮ, ਹਾਲੇਲੂਇਆ, ਹਾਲੇਲੂਇਆ। ਸੋ ਉਹਦੇ ਮਨ ਦੇ ਵਿੱਚ ਇਹ ਸ਼ਬਦ ਫਿਰ ਉਦਾਂ ਦੇ ਅਨੰਤ ਜੀਵਨ ਵਾਲਾ ਪ੍ਰਭਾਵ, ਪਰਸਨੈਲਿਟੀ, ਸ਼ਬਦ, ਹੁਲੀਆ ਸਾਰਾ ਉਦਾਂ ਦਾ ਬਣ ਜਾਂਦਾ ਆ। ਹਾਲੇਲੂਇਆ। ਕਿਉਂਕਿ ਉਹਨੂੰ ਕਿਹੜਾ ਜੀਵਨ ਮਿਲ ਗਿਆ ਆ? ਅਨੰਤ ਜੀਵਨ ਮਿਲ ਗਿਆ। ਸੋ ਪਿਤਾ ਵੱਲ ਮੁੜਨ ਦੇ ਨਾਲ ਕੀ ਹੋ ਗਿਆ? ਪਿਤਾ ਨੇ ਸੰਤਾਨ ਬਣਾ ਲਿਆ, ਪੁੱਤਰ ਨੇ ਅਨੰਤ ਜੀਵਨ ਦੇ ਦਿੱਤਾ। ਤੇ ਪਵਿੱਤਰ ਆਤਮਾ ਕੀ ਕਰਦਾ ਆ ਉਹਨੂੰ ਵੀ ਆਪਾਂ ਦੇਖ ਲੈਂਦੇ ਆ। ਪਹਿਲਾ ਕੁਰਿੰਥੀਆਂ 6 ਅਧਿਆਏ ਉਹਦੀ 19 ਆਇਤ। ਆਪਾਂ ਇਸ ਗੱਲ ਨੂੰ ਇੱਥੋਂ ਚੱਕਿਆ ਆ ਬਾਣੀ ਨੂੰ ਕਿ ਆਪਾਂ ਪਿਛਲੇ ਸੈਸ਼ਨ ਦੇਖ ਰਹੇ ਸੀ, ਤੌਬਾ ਕਰੋ ਤੇ ਮੁੜੋ। ਹੁਣ ਮੁੜਨ ਦੀ ਆਪਾਂ ਆਸ਼ੀਸ਼ ਨੂੰ ਦੇਖ ਰਹੇ ਹਾਂ। ਜੇ ਖੁਦਾ ਵੱਲ ਕੋਈ ਮੁੜਦਾ ਹੈ ਤੇ ਕੀ ਹੁੰਦਾ ਆ? ਪਿਤਾ ਉਹਨੂੰ ਆਪਣੀ ਸੰਤਾਨ ਬਣਾਉਂਦਾ, ਪੁੱਤਰ ਉਹਨੂੰ ਅਨੰਤ ਜੀਵਨ ਦੇ ਦਿੰਦਾ। ਉਹਦਾ ਜੀਵਨ ਜਿਹੜਾ ਮੁੱਕਦਾ ਨਹੀਂ, ਕਿਉਂਕਿ ਸਾਡੇ ਕੋਲ ਅਸੀਂ ਜਿੰਨੇ ਵੀ ਭਗਤੀ ਕਰਨ ਵਾਲੇ ਜੀਵਨ ਆ ਇਹ ਇੱਥੇ ਹੀ ਆ, ਇੱਥੇ ਖਤਮ। ਗਾਂ ਕੋਈ ਉਮੀਦ ਹੈਗੀ? ਮਾਫ ਕਰਨਾ, ਕੋਈ ਉਮੀਦ ਗਾਂ ਹੈਗੀ ਨਹੀਂ। ਇੱਥੋਂ ਜਿੰਨੀ ਮਰਜ਼ੀ ਜਪ ਤਪ ਕਰ ਲਓ, ਸਾਹ ਨਿਕਲਦੀ ਸਾਰੀ ਸਾਡੀ ਆਤਮਾ ਪ੍ਰਾਣ ਨੇ ਕਿੱਥੇ ਚੱਲ ਜਾਣਾ? ਤੜਫਣ ਵਾਲੀ ਜਗ੍ਹਾ ਤੇ। ਇੱਥੋਂ ਤੜਫਣ ਵਾਲੀ ਜਗ੍ਹਾ ਤੇ ਇੱਕ ਦਿਨ ਖੁਦਾ ਨੇ ਆਪਣੇ ਤਖਤ ਦੇ ਅੱਗੇ, ਚਿੱਟੇ ਦੇ ਅੱਗੇ ਸੱਦਣਾ ਹੈ ਤੇ ਸਦਾ ਦੀ ਨਰਕ ਦੀ ਅੱਗ ਦੇ ਵਿੱਚ ਸਿੱਟ ਦੇਣਾ। ਹਾਲੇਲੂਇਆ। ਪਰ ਜਿਹਦੇ ਕੋ ਅਨੰਤ ਜੀਵਨ ਆ ਉਹ ਤੜਫਣ ਵਾਲੀ ਥਾਂ ਤੇ ਨਹੀਂ ਜਾਂਦੀ ਉਹਦੀ ਆਤਮਾ। ਉਹਦੀ ਆਤਮਾ ਉੱਪਰਲੇ ਸਵਰਗ ਦੇ ਵਿੱਚ ਚਲੀ ਜਾਂਦੀ ਤੇ ਲੈ ਕੇ ਵੀ ਸਵਰਗ ਦੇ ਦੂਤ ਜਾਂਦੇ ਆ। ਹਾਲੇਲੂਇਆ। ਕੋਈ ਚਾਹੁੰਦਾ ਆ ਸਾਡੀ ਆਤਮਾ ਜਦੋਂ ਅਸੀਂ ਮਰੀਏ ਤੇ ਉਹਨੂੰ ਸਵਰਗ ਦਾ ਦੂਤ ਸਵਰਗ ਵਿੱਚ ਲੈ ਜਾਵੇ? ਕੌਣ ਚਾਹੁੰਦਾ? ਹੱਥ ਦਿਖਾਓ ਤਾਂ ਮੈਨੂੰ, ਮੈਂ ਉਸੇ ਹਿਸਾਬ ਨਾਲ ਗੱਲਾਂ ਕਰਦਾ ਤੁਹਾਡੇ ਨਾਲ। ਹਾਲੇਲੂਇਆ। ਨਰਕ ਵਾਲਿਆਂ ਨਾਲ ਨਰਕ ਦੀਆਂ ਕਰੂੰਗਾ, ਸਵਰਗ ਵਾਲਿਆਂ ਨਾਲ ਸਵਰਗ ਦੀਆਂ। ਹਾਲੇਲੂਇਆ। ਸੋ ਪਿਤਾ ਸੰਤਾਨ ਬਣਾਉਂਦਾ, ਪੁੱਤਰ ਅਨੰਤ ਜੀਵਨ ਦਿੰਦਾ, ਔਰ ਪਵਿੱਤਰ ਆਤਮਾ ਕੀ ਕਰਦਾ? ਪੜ੍ਹੀਏ ਜੀ। ਅਰਥਾਤ ਕੀ ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਾਈ, ਅਰਥਾਤ ਕੀ ਤੁਸੀਂ ਇਹ ਨਹੀਂ ਜਾਣਦੇ ਭਾਈ, ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ। ਹੈਕਲ ਹੈ ਤੁਹਾਡੀ ਦੇਹੀ, ਤੁਹਾਡੇ ਅੰਦਰ ਕਿਹਦੀ ਹੈਕਲ ਹੈ ਬਈ? ਪਵਿੱਤਰ ਆਤਮਾ। ਪਵਿੱਤਰ ਆਤਮਾ ਦੀ ਹੈਕਲ ਆ। ਸੋ ਇਹਦਾ ਮਤਲਬ ਹੈ ਪਵਿੱਤਰ ਆਤਮਾ ਨੇ ਸਾਨੂੰ ਕੀ ਬਣਾਤਾ ਆ? ਰੱਬ ਦੀ ਹੈਕਲ ਬਣਾਤਾ, ਪਰਮਾਤਮਾ ਦੀ ਹੈਕਲ ਬਣਾਤਾ, ਮੰਦਿਰ ਬਣਾ ਦਿੱਤਾ। ਹਾਲੇਲੂਇਆ। ਕਿੰਨੀ ਵੱਡੀ ਆਸ਼ੀਸ਼ ਆ। ਦੁਨੀਆ 'ਚ ਕੋਈ ਹੈ ਇਦਾਂ ਦਾ ਬੰਦਾ ਜਿਹਨੂੰ ਪਿਤਾ ਆਪਣੀ ਸੰਤਾਨ, ਉਹ ਭਗਤੀ ਕਰਦਾ ਹੋਵੇ ਤੇ ਪਿਤਾ ਉਹਨੂੰ ਆਪਣੀ ਸੰਤਾਨ ਬਣਾਵੇ, ਪੁੱਤਰ ਉਹਨੂੰ ਅਨੰਤ ਜੀਵਨ ਦੇਵੇ, ਪਵਿੱਤਰ ਆਤਮਾ ਨੂੰ ਮੰਦਿਰ ਹੀ ਬਣਾ ਲਵੇ ਆਪਣਾ। ਕਿਉਂਕਿ ਮੰਦਿਰਾਂ ਦੀਆਂ ਤਾਂ ਅੱਜ ਲੜਾਈਆਂ ਪਈਆਂ ਹੋਈਆਂ। ਹਾਲੇਲੂਇਆ। ਮਸਜਿਦਾਂ ਦੀਆਂ ਲੜਾਈਆਂ ਪਈਆਂ, ਗੁਰਦੁਆਰਿਆਂ ਦੀਆਂ ਲੜਾਈਆਂ, ਚਰਚਾਂ ਦੀਆਂ ਲੜਾਈਆਂ ਪਈਆਂ ਸਾਰੇ ਪਾਸੇ। ਹਾਲੇਲੂਇਆ। ਖੁਦਾ ਸਾਨੂੰ ਇੱਟਾਂ ਪੱਥਰਾਂ ਤੇ ਚਰਚ, ਮੰਦਿਰ, ਗੁਰਦੁਆਰੇ ਬਣਾਉਣਾ ਚਾਹੁੰਦਾ ਨਹੀਂ। ਇਹ ਹੱਡੀ ਮਾਸ ਦੇ ਮੰਦਿਰ ਨੂੰ ਇਹ ਠੀਕ ਕਰਨਾ ਚਾਹੁੰਦਾ ਹੈ। ਇਹਦੇ ਚੋਂ ਜਾਨਵਰਾਂ ਨੂੰ ਕੱਢ ਕੇ, ਇਹਦੇ ਚੋਂ ਚਿੱਕੜ ਸਾਫ਼ ਕਰਕੇ ਇਹਦੇ ਵਿੱਚ ਹੀ ਆਪਣੀ ਹਜ਼ੂਰੀ ਰੱਖਣਾ ਚਾਹੁੰਦਾ ਹੈ। ਹਾਲੇਲੂਇਆ। ਇਹਦੇ 'ਚ ਚਿੱਕੜ ਕਾਹਦਾ ਭਲਾ? ਮੈਂ ਦੱਸਿਆ ਸੀ ਨਾ, ਪਾਪ ਦਾ ਚਿੱਕੜ ਕੀ ਆ? ਪਾਪ ਦੇ ਕੰਮ ਕੀ ਆ? ਗਾਲਾਂ ਕੱਢਣੀਆਂ, ਹਰਾਮਕਾਰੀ, ਗੰਦਮੰਦ, ਲੁੱਚਪੁਣਾ, ਵੈਰ ਵਿਰੋਧ, ਈਰਖਾ, ਜਲਨ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਹੋਰ ਇਹੋ ਜਿਹੇ ਕੰਮ। ਇਹ ਸਾਰੇ ਕੰਮ ਅੱਜ ਇਸ ਮੰਦਿਰ ਦੇ ਵਿੱਚ ਚਿੱਕੜ ਪਿਆ ਤੇ ਜਾਨਵਰ ਸਾਰੇ ਘੁੰਮਦੇ ਫਿਰਦੇ ਆ। ਸ਼ੈਤਾਨ ਆਪਣਾ ਤਰਸ਼ੂਲ ਲੈ ਕੇ ਅੰਦਰ ਖੜਾ ਆ, ਭਾਈ ਮੇਰਾ ਕਬਜ਼ਾ ਆ, ਮੈਂ ਇਹਦੇ ਵਿੱਚ ਕੋਈ ਨੇਕ ਗੱਲ ਆਉਣ ਦੇਣੀ, ਇਹਨੂੰ ਨੇਕ ਗੱਲ ਸੁਣਨ ਦੇਣੀ। ਜੇ ਇਹਨੂੰ ਸੁਣਨੀ ਪੈ ਗਈ ਤਾਂ ਮੂਡ ਹੀ ਖਰਾਬ ਕਰਕੇ ਰੱਖਣਾ। ਆਹ ਬੰਦਾ ਕਾਹਤੋਂ ਸੱਚੀਆਂ ਗੱਲਾਂ ਸੁਣਾਉਣ ਆ ਗਿਆ? ਹਾਲੇਲੂਇਆ, ਹਾਲੇਲੂਇਆ। ਜਾਂ ਤਾਂ ਇੱਥੇ ਬੈਠਾ ਥੋੜਾ ਜਿਹਾ ਘੂੰ ਜਾ ਹੋ ਕੇ ਸੁਣ ਲੂਗਾ, ਘਰ ਜਾ ਕੇ ਘਰ ਵਾਲਿਆਂ ਨਾਲ ਲੜੂਗਾ, ਉੱਥੇ ਮੈਨੂੰ ਕਾਹਤੋਂ ਲੈ ਕੇ ਗਈ? ਹਾਲੇਲੂਇਆ, ਹਾਲੇਲੂਇਆ। ਕਿਉਂਕਿ ਅੰਦਰ ਕੌਣ ਖੜਾ ਆ? ਸ਼ੈਤਾਨ ਪੂਰਾ ਆਪਣਾ ਤਿਆਰ ਲੈ ਖੜਾ, ਨਾ ਕੁਛ ਨਹੀਂ ਅੰਦਰ ਆਉਣ ਦੇਣਾ। ਹਾਲੇਲੂਇਆ। ਸੋ ਪਵਿੱਤਰ ਆਤਮਾ ਸਾਨੂੰ ਮੰਦਿਰ ਬਣਾ ਦਿੰਦਾ। ਇਹ ਜਿਹੜਾ ਮੰਦਿਰ ਬਣਦਾ ਆ, ਜਦੋਂ ਅਸੀਂ ਮੰਦਿਰ ਹੋਣ ਲਈ ਸਾਨੂੰ ਦੇ ਦਿੰਦਾ ਪਿਤਾ ਦੇ ਹੱਥ ਵਿੱਚ, ਰੱਬ ਘਰ ਦੇ ਵਿੱਚ। ਸੋ ਆਪਾਂ ਦੇਖਦੇ ਹਾਂ ਧਰਤੀ ਤੇ ਅਸੀਂ ਮੰਦਿਰਾਂ, ਮਸਜਿਦਾਂ, ਗੁਰਦੁਆਰਿਆਂ ਨੂੰ ਕਿੱਦਾਂ ਧੋਂਦੇ ਹਾਂ, ਪਾਣੀ ਨਾਲ ਧੋਂਦੇ, ਦੁੱਧ ਤੱਕ ਨਾਲ ਧੋਂਦੇ।
ਪਰ ਸਾਡਾ ਜੇ ਇਹ ਜਿਹੜਾ ਇਹ ਮੰਦਿਰ ਆ ਨਾ, ਇਹ ਦੁੱਧ ਪਾਣੀਆਂ ਨਾਲ ਧੋਤਾ ਜਾਂਦਾ, ਇਹ ਸਾਬਣਾਂ ਦੇ ਨਾਲ ਧੋਤਾ ਜਾਂਦਾ ਨਹੀਂ, ਇਹ ਯਿਸੂ ਮਸੀਹ ਦੇ ਲਹੂ ਦੇ ਨਾਲ ਧੋਤਾ ਜਾਂਦਾ। ਹਾਲੇਲੂਇਆ, ਹਾਲੇਲੂਇਆ। ਮੰਦਿਰ ਵੀ ਅਸੀਂ ਬਣਦੇ ਆ, ਸਾਡਾ ਕਬਜ਼ਾ ਵੀ ਪ੍ਰਭੂ ਛੁਡਾ ਦਿੰਦਾ ਆ, ਔਰ ਨਾਲ ਆਪਣੇ ਲਹੂ ਦੇ ਨਾਲ ਵੀ ਕੀ ਕਰ ਦਿੰਦਾ, ਸਾਨੂੰ ਧੋ ਦਿੰਦਾ। ਜਦੋਂ ਲਹੂ ਦੇ ਨਾਲ ਧੋ ਹੁੰਦਾ ਨਾ, ਉਹਦਾ ਅਸਰ ਜਾਂਦਾ ਸਾਡੀ ਆਤਮਾ ਤੱਕ। ਸਾਬਣਾਂ ਨਾਲ ਜਿੰਨੇ ਮਰਜ਼ੀ ਨਹਾ ਲਓ, ਪਾਣੀਆਂ 'ਚ ਜਿੰਨੇ ਮਰਜ਼ੀ ਜਲ ਇਸ਼ਨਾਨ ਕਰ ਲਓ, ਹਾਲੇਲੂਇਆ, ਉਹਦੇ ਨਾਲ ਸਰੀਰ ਹੀ ਸ਼ੁੱਧ ਹੋ ਸਕਦਾ ਆ, ਪਰ ਆਤਮਾ ਪ੍ਰਾਣ ਨਹੀਂ। ਆਤਮਾ ਪ੍ਰਾਣ ਦਾ ਸ਼ੁੱਧੀਕਰਨ ਹੋਣਾ ਆ ਤੇ ਕਿਹਦੇ ਥੱਲੇ ਆਉਣਾ ਆ, ਯਿਸੂ ਮਸੀਹ ਦੇ ਲਹੂ ਦੇ ਹੇਠ। ਹਾਲੇਲੂਇਆ। ਜਿੱਦਾਂ ਹੀ ਉਹਦਾ ਲਹੂ ਆਉਂਦਾ, ਜਿੱਦਾਂ ਆ ਵਾਇਰਸ ਹੈ ਨਾ ਆਇਆ ਕਰੋਨਾ, ਇਹ ਵੜ ਜਾਂਦਾ ਨਾ ਅੰਦਰ ਤੱਕ, ਅੰਦਰਲੀਆਂ ਸਾਰੀਆਂ ਚੀਜ਼ਾਂ ਨੂੰ ਕੀ ਕਰ ਦਿੰਦਾ ਆ, ਖਾਣੀਆਂ ਸ਼ੁਰੂ ਕਰ ਦਿੰਦਾ। ਬੜੀ ਭਿਆਨਕ ਮੌਤ ਹੈ ਇਹਦੀ, ਜੇਕਰ ਕਿਸੇ ਨੂੰ ਸਹੀ ਤਰੀਕੇ ਨਾਲ ਲੱਗ ਜਾਵੇ। ਫਿਰ ਇਹਨੂੰ ਫੜਨ ਵੀ ਆਉਂਦੇ ਨਹੀਂ ਬਿਨਾਂ ਆਪਣੇ ਹਿਫਾਜ਼ਤ ਕੀਤੇ ਬਗੈਰ। ਹਾਲੇਲੂਇਆ। ਇਹਦੀ ਲਾਸ਼ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਦੇਖਣ ਦਿੰਦੇ ਨੇ। ਇੱਦਾਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਪਿਛਲੀ ਵਾਰ ਕਰਨਾ, ਕਿੱਦਾਂ ਟਰੱਕਾਂ ਦੇ ਟਰੱਕ ਭਰ ਕੇ ਉੱਦਾਂ ਹੀ ਉਹਨਾਂ ਨੇ ਖਾਈਆਂ ਦੇ ਵਿੱਚ ਉਹਨਾਂ ਨੂੰ ਸਿੱਟਤਾ, ਇਹਨਾਂ ਦੀਆਂ ਲਾਸ਼ਾਂ ਨੂੰ। ਹਾਲੇਲੂਇਆ। ਢੇਰਾਂ ਦੇ ਢੇਰ ਲਗਾ ਤੇ ਕੋਈ ਅਦਬ ਨਹੀਂ, ਕੋਈ ਉਹਨਾਂ ਤੇ ਜਨਾਜ਼ਾ ਨਹੀਂ ਪੜਿਆ ਗਿਆ, ਕੋਈ ਉਹਨਾਂ ਦਾ ਕਿਰਿਆਕਰਮ ਕੀਤਾ ਨਹੀਂ ਗਿਆ। ਹਾਲੇਲੂਇਆ। ਸੋ ਜੇ ਦੁਨੀਆ ਵਿੱਚ ਐਸਾ ਵਾਇਰਸ ਆ ਜਿਹੜਾ ਅੰਦਰ ਦੀਆਂ ਚੰਗੀਆਂ ਚੀਜ਼ਾਂ ਨੂੰ ਖਾ ਜਾਂਦਾ ਆ, ਹਾਲੇਲੂਇਆ, ਤੇ ਯਿਸੂ ਦਾ ਲਹੂ ਜਿਹੜਾ ਗੰਦੀਆਂ ਚੀਜ਼ਾਂ ਆ ਇਹਨਾਂ ਨੂੰ ਕੀ ਕਰ ਦਿੰਦਾ ਆ, ਬਾਹਰ ਹੀ ਕੱਢ ਦਿੰਦਾ। ਹਾਲੇਲੂਇਆ, 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 ਹਾਲੇਲੂਇਆ। ਬਾਹਰ ਕੱਢ ਦਿੰਦਾ ਜੀ, ਬਾਹਰ। ਸੋ ਯਿਸੂ ਦਾ ਲਹੂ ਲਗਾਓ, ਚਿਹਰੇ ਤੇ ਲਗਾਓ, ਚਿਹਰਾ ਵੀ ਜਲਾਲੀ ਹੋਊਗਾ। ਹੱਥਾਂ ਤੇ ਲਗਾਓ, ਹੱਥ ਜਲਾਲੀ ਹੋਣਗੇ। ਔਰ ਦਿਲ ਤੇ ਲਗਾਓ, ਦਿਲ ਵੀ ਜਲਾਲੀ ਹੋ। ਹਾਲੇਲੂਇਆ। ਪਾਰਲਰ ਤੇ ਜਾਓ ਤੇ ਉੱਥੇ ਲਿਪਾ ਪੁੱਟੀ ਕਰਾਓ, ਬਲੀਚ ਕਰਾਓ, ਫੇਸ਼ੀਅਲ ਕਰਾਓ, ਜੋ ਮਰਜ਼ੀ ਕਰਾਓ, ਤੇ 15 ਕੁ ਦਿਨਾਂ ਬਾਅਦ ਫਿਰ ਸੜੇ ਭੁੱਜੇ ਹੁੰਦੇ। ਹਾਲੇਲੂਇਆ। ਉਹਦਾ ਅਸਰ ਇੰਨਾ ਕੀ ਹੁੰਦਾ ਆ, ਉਹ ਭਾਵੇਂ ਅੰਦਰਲੀ ਤੀਜੀ ਲੇਅਰ ਤੱਕ, ਤੀਸਰੀ ਚਮੜੀ ਦੀ ਲੇਅਰ ਤੱਕ ਨਾ, ਉਹ ਮਾਰ ਕੇ ਉਹ ਹੱਥ ਤੇ ਉਹ ਕਹਿੰਦੇ ਤੀਸਰੀ ਲੇਅਰ ਤੱਕ ਭੇਜ ਦੇਣਾ। ਕਿੰਨੇ ਦਿਨ ਜਲਾਲ ਆਊਗਾ? ਹਾਂ ਆਉਂਦਾ ਆ, ਪਰ 15 ਦਿਨਾਂ ਤੋਂ ਬਾਅਦ ਰਹਿੰਦਾ। ਫਿਰ ਪਹਿਲਾਂ ਨਾਲੋਂ ਵੀ ਛੱਡ ਜਾਂਦਾ। ਜੇ ਤਾਂ ਹੁਣ ਲਗਾਤਾਰ ਕਰਾਈ ਜਾਓਗੇ ਤੇ ਠੀਕ ਰਹੋਗੇ, ਤੇ ਜੇ ਕਰਾਉਣਾ ਬੰਦ ਕਰਤਾ ਤੇ ਪਹਿਲਾਂ ਨਾਲੋਂ ਵੀ ਕੰਮ ਖਰਾਬ। ਪਰ ਯਿਸੂ ਦਾ ਲਹੂ ਜਿਹੜਾ ਹੈ ਨਾ, ਉਹ ਸਦਾ ਕਾਲ ਦੇ ਲਈ ਜਲਾਲੀ ਬਣਾਊਗਾ। ਹਾਲੇਲੂਇਆ। ਕਿੰਨੇ ਟਾਈਮ ਲਈ? ਸਦਾ ਲਈ ਉਹ ਜਲਾਲੀ ਤੇ ਰੋਸ਼ਨ ਕਰ ਦਿੰਦਾ ਆ। ਉਹਦੀ ਰੋਸ਼ਨੀ ਲਗਾਤਾਰ ਘਟਦੀ ਨਹੀਂ, ਕੀ ਹੁੰਦੀ ਜਾਂਦੀ ਆ ਭਲਾ? ਕਿੱਦਾਂ ਦੀ ਹੁੰਦੀ ਜਾਂਦੀ ਆ? ਵੱਧਦੀ ਜਾਂਦੀ ਰੋਸ਼ਨੀ। ਹਾਲੇਲੂਇਆ। ਕਿਉਂਕਿ ਪਿਤਾ ਰੋਸ਼ਨੀ ਆ, ਪਿਤਾ ਜੋਤੀ ਆ। ਔਰ ਇਸ ਬੰਦੇ ਦੇ ਵਿੱਚ ਵੀ ਉਹ ਕੀ ਚਾਹੁੰਦਾ ਆ? ਜੇ ਇਹਨੇ ਮੇਰੇ ਨਾਲ ਜੋੜ ਮੇਲ ਕਰਨਾ, ਇਹਦੇ ਵਿੱਚ ਵੀ ਕੀ ਹੋਣੀ ਚਾਹੀਦੀ ਆ? ਜੋਤੀ ਹੋਣੀ ਚਾਹੀਦੀ, ਰੋਸ਼ਨੀ ਹੋਣੀ ਚਾਹੀਦੀ ਆ। ਹਾਲੇਲੂਇਆ। ਅਫਸੋਸ ਦੀ ਗੱਲ ਇਹ ਆ ਕਿ ਇਹਨੇ ਅਦਨ ਦੇ ਬਾਗ ਦੇ ਵਿੱਚ ਪਾਪ ਕਰਕੇ ਇਹ ਜੋਤੀ ਗਵਾ ਲਈ, ਜੋਤੀ ਦੇ ਵਸਤਰ ਉਤਰਵਾ ਲਏ, ਤੇ ਹੁਣ ਕੀ ਹੋ ਗਿਆ ਹੋਇਆ? ਕਾਲਾ। ਕਿੱਥੋਂ ਲੈ ਕੇ ਕਿੱਥੋਂ ਤੱਕ? ਬੋਲੋ। ਇਹ ਕਾਲਾ ਕਿੱਥੋਂ ਤੱਕ ਹੋਇਆ ਆ? ਪਾਪ ਇਹਦੇ ਕਿੱਥੋਂ ਤੱਕ ਗਿਆ ਆ? ਸਰੀਰ, ਪ੍ਰਾਣ ਤੇ ਆਤਮਾ ਤੱਕ ਚਲਾ ਗਿਆ। ਹਾਲੇਲੂਇਆ। ਆਹ ਹਾਲਤ ਇਹਦੀ ਹੋ ਗਈ ਆ। ਪਰਮੇਸ਼ਰ ਨਾਲ ਇਹਦੀ ਸੰਗਤੀ ਚਲੀ ਗਈ। ਜਿਹੜਾ ਪਰਮੇਸ਼ਰ ਦਾ ਸਰੂਪ ਇਹਦੇ ਵਿੱਚ ਰੱਖਿਆ ਗਿਆ ਸੀ ਉਹ ਚਲਾ ਗਿਆ। ਔਰ ਜਿਹੜਾ ਜੀਵ ਆਪਣਾ ਜਿਉਂਦਾ ਪ੍ਰਾਣੀ ਬਣਾਇਆ ਗਿਆ ਸੀ, ਉਹਦੀ ਥਾਂ ਤੇ ਇਹਦੇ ਕੋਲ ਮੌਤ ਆ ਗਈ, ਤੇ ਸਦਾ ਦਾ ਦੰਡ ਇਹਦੇ ਤੇ ਲੱਗਾ ਪਿਆ ਹੈ। ਹਾਲੇਲੂਇਆ। ਹੁਣ ਇਹ ਬੰਦਾ ਜਿਹੜਾ ਆ, ਇਹ ਚਾਹੇ ਅਮਰੀਕਨ ਹੋਵੇ, ਅਫਰੀਕਨ ਹੋਵੇ, ਏਸ਼ੀਅਨ ਹੋਵੇ, ਯੂਰਪੀਅਨ ਹੋਵੇ, ਇਹ ਸਾਰਾ ਕੀ ਹੋਇਆ ਆ? ਆਤਮਾ ਵਿੱਚ ਮਰਿਆ ਪਿਆ ਆ, ਔਰ ਪਾਪ ਦੇ ਵਿੱਚ ਮਰਿਆ ਪਿਆ ਆ, ਔਰ ਸ਼ਰਾਪ ਦੇ ਵਿੱਚ ਆ, ਔਰ ਵਿਵਸਥਾ ਦੇ ਅਧੀਨ ਆ, ਔਰ ਸ਼ੈਤਾਨ ਦੇ ਇਹ ਗੁਲਾਮ ਆ, ਔਰ ਮੌਤ ਦੇ ਵਸ ਦੇ ਵਿੱਚ ਆ, ਔਰ ਦੁੱਖਾਂ ਦੇ ਵਿੱਚ ਆ। ਹਾਲੇਲੂਇਆ, ਹਾਲੇਲੂਇਆ। ਸੋ ਇਹ ਇਹਦੀ ਹਾਲਤ ਇਸ ਬੰਦੇ ਦੀ ਆ। ਆ ਜਿਹੜਾ ਅਦਨ ਦੇ ਬਾਗ ਚੋਂ ਕੱਢਿਆ ਗਿਆ ਸੀ, ਇਹ ਫੋਟੋਆਂ ਵਾਲੀ ਨਾ ਕਿਤੇ ਧਿਆਨ ਦੇਈ ਜਾਓ, ਇਹ ਮੈਂ ਤੁਹਾਡੀ ਹਾਲਤ ਦੱਸਦਾ। ਕਹੋ ਵੀ ਉਹ ਪਾਦਰੀ ਬੜੀਆਂ ਵਧੀਆ ਫੋਟੋ ਬਣਾ ਕੇ ਲਿਆ ਸੀ। ਫੋਟੋ ਨਹੀਂ ਬਣਾ ਕੇ ਲਿਆ, ਤੁਹਾਡੀਆਂ ਸ਼ਕਲਾਂ ਬਣਾ ਕੇ ਲਿਆ। ਹਾਲੇਲੂਇਆ। ਹਾਂ, ਥੋੜੇ ਅੱਗੇ ਹੋ ਜਾਓ, ਪਿਛਲੇ ਵਿਚਾਰੇ ਧੁੱਪ 'ਚ ਮਾੜਾ ਅੱਗੇ ਨੂੰ ਜਾਓ। ਉਹ ਵਿਚਾਰੇ ਉਸੇ ਹਿਸਾਬ ਨਾਲ ਆਏ ਵਫਾਦਾਰੀ ਦੇ ਨਾਲ ਹੀ ਆ, ਪਰ ਉਹਨਾਂ ਨੂੰ ਚੇਤਾ ਭੁੱਲ ਗਿਆ। ਅਸੀਂ ਇੱਕ ਵਜੇ ਸ਼ੁਰੂ ਕੀਤੀ ਬੰਦੀ। ਪਾਣੀ ਮੈਨੂੰ ਪਿਲਾ ਦਿਓ ਯਾਰ, ਆ ਜਾਓ।
ਤੇਰੀ ਬਾਣੀ ਨੂੰ ਖਾਣ ਦੀਆਂ, ਤੇਰੀ ਬਾਣੀ ਨੂੰ ਪੀਣ ਦੀਆਂ, ਤੇਰੀ ਬਾਣੀ ਨੂੰ ਖਾਣ ਦੀਆਂ, ਤੇਰੀ ਬਾਣੀ ਨੂੰ ਬੋਲੋ ਓ ਤੇਰੀ ਬਾਣੀ ਨੂੰ ਖਾਣ ਦੀਆਂ, ਤੇਰੀ ਬਾਣੀ ਨੂੰ ਪੀਣ ਦੀਆਂ, ਤੇਰੀ ਬਾਣੀ ਨੂੰ ਖਾਣ ਦੀਆਂ, ਤੇਰੀ ਬਾਣੀ ਨੂੰ ਪੀਣ ਦੀਆਂ। ਮੇਰੀ ਅੱਖ ਵਾਇਸ਼ਾਂ ਨੇ, ਮੇਰੀ ਅੱਖ ਵਾਇਸ਼ਾਂ ਨੇ, ਮੇਰੀ ਅੱਖ ਵਾਇਸ਼ਾਂ ਨੇ, ਯਿਸੂ ਤੇਰੇ ਨਾਲ ਜੀਣ ਦੀਆਂ, 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 ਯਿਸੂ ਤੇਰੇ ਨਾਲ ਜੀਣ ਦੀਆਂ। ਹਾਲੇਲੂਇਆ। ਸਾਡੇ ਭਾਈ ਸਾਹਿਬ ਨੇ ਸੋਚਿਆ ਕਿ ਖਤਮ ਕਰਨ ਲੱਗੇ ਆ ਗਾਣਾ ਗਾਉਣ ਦੇ, ਮੈਂ ਇਹਨਾਂ ਨੂੰ ਸੈੱਟ ਕਰਨ ਲਈ ਗਾਇਆ ਜੀ। ਹਾਲੇਲੂਇਆ। ਸੁਖਦਾਸ ਦਾਸ ਨੂੰ ਮੈਂ ਕਹੂੰਗਾ ਜਦੋਂ ਤੁਹਾਡਾ ਟਾਈਮ ਹੋ ਜਾਂਦਾ ਤੁਸੀਂ ਵਿੱਚੋਂ ਜਾ ਸਕਦੇ, ਕੋਈ ਸਮੱਸਿਆ ਨਹੀਂ। ਇਹਨਾਂ ਵਿਚਾਰਿਆਂ ਨੂੰ ਭੁੱਖਿਆਂ ਨੂੰ ਥੋੜਾ ਦੇ ਦੇਵਾਂਗੇ ਭੋਜਨ। ਹਾਲੇਲੂਇਆ, ਹਾਲੇਲੂਇਆ। ਸੋ ਆਓ, ਸੋ ਇਹ ਦੇਖ ਲਿਆ ਤੁਸੀਂ, ਅਦਨ ਦੇ ਬਾਗ ਦੇ ਵਿੱਚ ਆਦਮ ਨੂੰ ਪਰਮੇਸ਼ਰ ਨੇ ਮਿੱਟੀ ਤੋਂ ਬਣਾਇਆ, ਇਹਦੀਆਂ ਨਾਸਾਂ 'ਚ ਸਾਹ ਪਾਇਆ, ਜਿੰਦਾ ਪ੍ਰਾਣੀ ਹੋ ਗਿਆ, ਜਿੰਦਾ ਪ੍ਰਾਣੀ ਤੇ ਨਹੀਂ ਛੱਡਿਆ, ਇਹਦੇ ਵਿੱਚ ਜੋਤ ਪਾਈ ਤੇ ਇਹ ਜਲਾਲੀ ਹੋ ਗਿਆ, ਪਰਮੇਸ਼ਰ ਦੇ ਸਰੂਪ ਸਮਾਨਤਾ ਤੇ ਆ ਗਿਆ। ਪਰ ਜਦੋਂ ਹੁਕਮ ਤੋੜਿਆ, ਫਲ ਖਾ ਲਿਆ ਤੇ ਇਹ ਹਨੇਰਾ ਇਹਦੇ ਵਿੱਚ ਆ ਗਿਆ, ਪਾਪ ਦਾ ਹਨੇਰਾ ਆ ਗਿਆ। ਹੁਣ ਇਹ ਜਿਹੜੇ ਵੀ ਜਗ੍ਹਾ ਤੇ ਰਹਿੰਦਾ ਆ ਸੰਸਾਰ ਦੇ ਵਿੱਚ, ਜਿਹੜੀ ਵੀ ਜਾਤ ਵਿੱਚ ਰਹਿੰਦਾ ਆ, ਇਹਦੇ ਵਿੱਚ ਪਾਪ ਆ। ਹਾਲੇਲੂਇਆ। ਔਰ ਪਾਪ ਇਹਨੂੰ ਕਿੱਥੋਂ ਤੱਕ ਲੱਗਾ ਆ? ਸਰੀਰ, ਪ੍ਰਾਣ ਤੇ ਆਤਮਾ ਤੱਕ ਲੱਗਾ ਹੋਇਆ ਆ। ਹਾਲੇਲੂਇਆ। ਸੋ ਹੁਣ ਜੇਕਰ ਇਹ ਬੰਦਾ ਮੁੜਦਾ ਆ, ਜਿਹੜੀ ਗੱਲ ਆਪਾਂ ਦੇਖ ਰਹੇ ਹਾਂ, ਮੁੜਦੇ ਬੰਦੇ ਨੂੰ ਜਿਹੜਾ ਪ੍ਰਭੂ ਵੱਲ ਮੁੜਦਾ, ਪਰਮੇਸ਼ਰ ਵੱਲ ਮੁੜਦਾ, ਸਭ ਤੋਂ ਪਹਿਲਾਂ ਪਰਮੇਸ਼ਰ ਉਹਨੂੰ ਆਪਣੀ ਸੰਤਾਨ ਬਣਾ ਲੈਂਦਾ, ਉਹਦਾ ਪੁੱਤਰ ਯਿਸੂ ਮਸੀਹ ਉਹਨੂੰ ਸਦਾ ਦਾ ਜੀਵਨ ਦੇ ਦਿੰਦਾ, ਮਤਲਬ ਕਿ ਉਹ ਮਰਦਾ ਨਹੀਂ। ਸੋ ਬਾਣੀ ਬਾਰੇ ਸਾਡੇ ਬਾਰੇ ਲਿਖਿਆ ਹੋਇਆ ਆ, ਬਾਣੀ ਦੇ ਵਿੱਚ ਯਿਸੂ ਮਸੀਹ ਦੀ ਆਮਦ ਸਿਰ ਤੇ ਆ, ਕਿਸੇ ਟਾਈਮ ਵੀ ਆ ਸਕਦਾ ਹੈ। ਅਸੀਂ ਜਿਹੜੇ ਇੱਥੇ ਜੀਂਦੇ ਆ, ਜੀਂਦੇ ਕੀ ਹੋ ਜਾਵਾਂਗੇ ਭਲਾ? ਉਠਾ ਲਏ ਜਾਵਾਂਗੇ ਸਵਰਗ ਦੇ ਵਿੱਚ। ਹਾਲੇਲੂਇਆ। ਤੇ ਜਿਹੜੇ ਸਾਡੇ ਤੋਂ ਪਹਿਲਾਂ ਪ੍ਰਭੂ ਦੇ ਵਿੱਚ ਪ੍ਰਭੂ ਨੂੰ ਮੰਨਦੇ ਹੋਏ ਮਰ ਗਏ ਆ, ਉਹ ਸਾਡੇ ਤੋਂ ਪਹਿਲਾਂ ਜੀ ਉੱਠਣਗੇ। ਹਾਲੇਲੂਇਆ। ਮੋਰਲੀ ਲਾਈਨ 'ਚ ਉਹ ਹੋਣਗੇ, ਪਿਛਲੀ ਲਾਈਨ 'ਚ ਅਸੀਂ ਹੋਵਾਂਗੇ ਤੇ ਸਵਰਗਾਂ ਦੇ ਵਿੱਚ ਚਲੇ ਜਾਵਾਂਗੇ। ਹਾਲੇਲੂਇਆ। ਇਸ ਲਈ ਪੁੱਤਰ ਜਿਹੜਾ ਆ ਉਹ ਸਦਾ ਦਾ ਜੀਵਨ ਦਿੰਦਾ ਆ, ਔਰ ਪਵਿੱਤਰ ਆਤਮਾ ਜਿਹੜਾ ਪਰਮੇਸ਼ਰ ਦਾ ਆ, ਉਹ ਕੀ ਕਰਦਾ ਆ? ਉਹ ਸਾਨੂੰ ਪਰਮੇਸ਼ਰ ਦਾ ਮੰਦਿਰ ਬਣਾ ਦਿੰਦਾ। ਹਾਲੇਲੂਇਆ, ਹਾਲੇਲੂਇਆ। ਔਰ ਇੱਕ ਗੱਲ ਅਸੀਂ ਹੋਰ ਦੇਖਦੇ ਹਾਂ ਵਚਨ ਦੇ ਵਿੱਚੋਂ, ਪਿਤਾ, ਪੁੱਤਰ ਔਰ ਪਵਿੱਤਰ ਆਤਮਾ ਦੇ ਵਿੱਚੋਂ ਨਿਕਲਣ ਵਾਲੀ ਜਿਹੜੀ ਕਿਰਪਾ ਆ, ਉਹ ਕੀ ਕਰਦੀ? ਇੱਕ ਕੰਮ ਹੋ ਰਿਹਾ ਨਾ, ਸੰਤਾਨ ਤਾਂ ਬਣ ਗਏ, ਅਨੰਤ ਜੀਵਨ ਤਾਂ ਹੋ ਗਿਆ, ਮੰਦਿਰ ਵੀ ਬਣ ਗਏ ਆ। ਇੱਕ ਗੱਲ ਹੋ ਰਿਹਾ ਜਿਹੜੀ ਕਰਦਾ ਆ, ਉਹ ਕੀ ਆ? ਅਫਸੀਆਂ ਪਹਿਲਾ ਅਧਿਆਇ ਉਹਦੀ 7 ਆਇਤ। ਅਫਸੀਆਂ ਦੀ ਕਿਤਾਬ ਪਹਿਲਾ ਅਧਿਆਇ ਉਹਦੀ 7 ਆਇਤ। जल्दी भाई, अफसियां पहला अध्याय उसकी 7 आयत। अफसियां की किताब किसी ने भी मिले देख लो। हमको उसके लहू के द्वारा छुटकारा अर्थात अपराधों की क्षमा उसके उस अनुग्रह के धन के अनुसार मिला है। हाँ, सो इसका मतलब है पिता, पुत्र और पवित्र आत्मा विचों एक किरपा आ ਜਿਹੜੀ ਕੰਮ ਕਰਦੀ ਹੈ ਇਨਸਾਨਾਂ ਦੇ ਵਿੱਚ। ਜਿਹੜਾ ਪਾਪ ਤੋਂ ਫਿਰਦਾ ਹੈ ਨਾ, ਪਰਮਾਤਮਾ ਦੀ ਕਿਰਪਾ ਉਹਦੇ ਤੇ ਹੁੰਦੀ ਆ, ਤੇ ਉਹ ਕਿਰਪਾ ਦੇ ਕਾਰਨ ਉਹਦੇ ਪਾਪਾਂ ਨੂੰ ਕੀ ਕਰ ਦਿੰਦਾ ਆ? ਮਾਫ ਕਰ ਦਿੰਦਾ। ਹਾਲੇਲੂਇਆ। ਕਿਰਪਾ ਦੇ ਕਾਰਨ ਪਾਪਾਂ ਨੂੰ ਕੀ ਕਰ ਦਿੰਦਾ ਬਈ? ਮਾਫ ਕਰ ਦਿੰਦਾ। ਸੋ ਧਰਤੀ ਦੇ ਉੱਤੇ ਅਗਰ ਕਿਸੇ ਦੇ ਅਪਰਾਧ ਮਾਫ ਹੁੰਦੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਕਾਰਨ। ਤੇ ਪ੍ਰਮਾਤਮਾ ਦੀ ਕਿਰਪਾ ਕਿਹਦੇ ਤੇ ਹੁੰਦੀ? ਜਿਹੜੇ ਉਹਦੇ ਭੇਜੇ ਹੋਏ ਪੁੱਤਰ ਯਿਸੂ ਮਸੀਹ ਤੇ ਕੀ ਕਰਦਾ ਆ? ਵਿਸ਼ਵਾਸ ਕਰਦਾ। ਹਾਲੇਲੂਇਆ। ਜਿਹੜਾ ਪਿਤਾ ਦੇ ਭੇਜੇ ਹੋਏ ਪੁੱਤਰ ਯਿਸੂ ਤੇ ਵਿਸ਼ਵਾਸ ਕਰਦਾ, ਉਹਦੇ ਤੇ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੁੰਦੀ। ਕਿਰਪਾ ਦਾ ਮਤਲਬ ਹੁੰਦਾ ਆ ਜਿਹੜੇ ਸਥਾਨ ਦੇ ਅਸੀਂ ਲਾਇਕ ਨਹੀਂ, ਉਹ ਜਗ੍ਹਾ ਸਾਨੂੰ ਮਿਲ ਜਾਂਦੀ ਆ। ਹਾਲੇਲੂਇਆ। ਕਿਉਂਕਿ ਇਹ ਆਦਮ ਜਿਹੜਾ ਚਿੱਕੜ ਨਾਲ ਭਰ ਗਿਆ, ਪਾਪ ਦੇ ਚਿੱਕੜ ਨਾਲ ਭਰ ਗਿਆ, ਹੁਣ ਇਹ ਲਾਇਕ ਨਹੀਂ ਸੀ ਪ੍ਰਮਾਤਮਾ ਦੇ ਬਰਾਬਰ ਤਖਤ ਤੇ ਬੈਠਣ ਦੇ। ਪਰ ਜਦੋਂ ਇਹਨੇ ਆਪਣੇ ਪਾਪ ਨੂੰ ਮੰਨ ਲਿਆ ਯਿਸੂ ਮਸੀਹ ਦੇ ਨਾਮ 'ਚ, ਪ੍ਰਮਾਤਮਾ ਨੇ ਇਹਨੂੰ ਕੀ ਕਰ ਦਿੱਤਾ ਭਲਾ? ਆਪਣੇ ਬਰਾਬਰ ਧੋ ਕੇ ਤਖਤ ਤੇ ਬਿਠਾ ਲਿਆ। ਹਾਲੇਲੂਇਆ,
ਹਾਲੇਲੂਇਆ। ਪਰ ਉਹ ਬਿਠਾਇਆ ਕਾਹਦੇ ਕਾਰਨ ਹੈ? ਕਿਰਪਾ ਦੇ ਕਾਰਨ। ਦੋ ਚੀਜ਼ਾਂ ਪਰਮੇਸ਼ਰ ਸਾਡੇ ਤੇ ਕਰਦਾ ਜਦੋਂ ਅਸੀਂ ਆਪਣੇ ਪਾਪ ਨੂੰ ਮੰਨ ਲੈਨੇ ਆ। ਪਹਿਲੀ ਗੱਲ ਕਿ ਸਾਡੇ ਤੇ ਰਹਿਮ ਕਰਦਾ, ਸਾਡੇ ਤੇ ਦਇਆ ਕਰਦਾ, ਤੇ ਦਇਆ ਦੇ ਅਨੁਸਾਰ ਸਾਡੇ ਪਾਪ ਨੂੰ ਕੀ ਕਰਦਾ? ਮਾਫ ਕਰ ਦਿੰਦਾ। ਸੋ ਪਾਪ ਮਾਫ ਕਰਕੇ ਸਾਨੂੰ ਉਦਾਂ ਨਹੀਂ ਛੱਡ ਦਿੰਦਾ, ਜਾ ਵੀ ਤੇਰੇ ਪਾਪ ਮਾਫ ਹੋਏ ਨਾ। ਤੇਰੇ ਪਾਪ ਮਾਫ ਹੋ ਗਏ ਆ, ਹੁਣ ਤੂੰ ਇਦਾਂ ਨਹੀਂ ਰਹਿ ਸਕਦਾ। ਤੈਨੂੰ ਮੈਂ ਜਿਹੜੇ ਮਕਸਦ ਲਈ ਬਣਾਇਆ ਸੀ ਉਹਦੇ ਲਈ ਹੁਣ ਤੈਨੂੰ ਮੈਂ ਉਹ ਤਖਤ ਦਿੰਨਾ ਆ। ਤੂੰ ਲਾਇਕ ਨਹੀਂ, ਪਰ ਮੇਰੀ ਕਿਰਪਾ ਦੇ ਕਾਰਨ ਮੈਂ ਤੈਨੂੰ ਉਹ ਜਗ੍ਹਾ ਦੇ ਦਿੰਨਾ ਆ, ਕਿਉਂਕਿ ਤੇਰੇ ਪਾਪਾਂ ਦੀ ਕੀ ਹੋ ਗਈ ਆ? ਮਾਫੀ ਹੋ ਗਈ। ਹਾਲੇਲੂਇਆ। ਕਿਸੇ ਨੂੰ ਸਮਝ ਆਉਂਦੀ ਮੇਰੀ ਗੱਲ? ਹਾਲੇਲੂਇਆ। ਦਿਖਾਉਂਗਾ ਤੇ ਉਹਨੂੰ ਕੀ ਗੱਲ ਸਮਝ ਆ ਜਾਊਗੀ। ਜਦੋਂ ਤੂੰ ਉਹਨੂੰ ਗੱਲ ਕਰਕੇ ਚੱਲ ਜਾਊਗਾ, ਉਹ ਤਸਵੀਰਾਂ ਉਹਨਾਂ ਦੇ ਮਨ 'ਚ ਵਸਣਗੀਆਂ ਵੀ ਇਦਾਂ ਇਦਾਂ ਕਰਕੇ ਕੋਈ ਭਾਈ ਗੱਲ ਕਰਕੇ ਗਿਆ। ਹਾਲੇਲੂਇਆ। ਤਾਂ ਜਦੋਂ ਉਹ ਗੱਲਾਂ ਨੂੰ ਮਨ ਤੇ ਲਗਾਊਗਾ ਤੇ ਮੈਂ ਉਹਦੇ ਮਨ ਦੀਆਂ ਅੱਖਾਂ ਨੂੰ ਕੀ ਕਰ ਦੂੰਗਾ? ਜੋਤੀ ਮੈਂ ਕਰ ਦੂੰਗਾ। ਹਾਲੇਲੂਇਆ। ਉਹਦੀਆਂ ਅੱਖਾਂ ਨੂੰ ਰੋਸ਼ਨ ਕਰ ਦੂੰਗਾ, ਜਿਹੜਾ ਮੇਰੇ ਭੇਜੇ ਹੋਏ ਦਾਸ ਦੀ ਗੱਲ ਤੇ ਮਨ ਲਾਊਗਾ। ਹਾਲੇਲੂਇਆ। ਸੋ ਕੀ ਹੋ ਗਿਆ? ਇਹ ਬੰਦੇ ਨੇ ਜਦੋਂ ਪਾਪ ਕੀਤਾ, ਪਾਪ ਦਾ ਚਿੱਕੜੇ ਦੇ ਵਿੱਚ ਆ ਗਿਆ, ਸਰੀਰ ਪ੍ਰਾਣ ਆਤਮਾ ਚਲਾ ਗਿਆ। ਹੁਣ ਇਹ ਸਾਰੇ ਸੰਸਾਰ ਵਿੱਚ ਰਹਿਣ ਵਾਲੇ ਬੰਦੇ ਦੀ ਹਾਲਤ ਇਹੀ ਆ, ਇਹਨੇ ਅਗਰ ਪਾਪ ਨੂੰ ਮੰਨ ਲਿਆ ਤੇ ਇਹਦਾ ਕੀ ਹੋ ਸਕਦਾ ਆ? ਨਵਾਂ ਜਨਮ। ਹਾਲੇਲੂਇਆ। ਇੱਕ ਜਨਮ ਸਾਡੀ ਮਾਂ ਦੀ ਕੁੱਖ ਤੋਂ ਹੋਇਆ ਆ। ਚਾਹੇ ਅਸੀਂ ਹਿੰਦੂ ਹੋਈਏ, ਮੁਸਲਮਾਨ ਹੋਈਏ, ਸਿੱਖ ਹੋਈਏ, ਈਸਾਈ ਹੋਈਏ, ਇੱਕ ਜਨਮ ਸਾਡੀ ਮਾਂ ਦੀ ਕੁੱਖ ਤੋਂ ਹੋਇਆ ਆ, ਪਰ ਇੱਕ ਪਰਮਾਤਮਾ ਦੇ ਵਚਨ ਦੇ ਬੀਜ ਤੋਂ ਹੋਣਾ। ਹਾਲੇਲੂਇਆ। ਉਹਦੀ ਬਾਣੀ ਤੋਂ ਹੋਣਾ ਜਨਮ, ਬਾਣੀ ਤੋਂ। ਹਾਲੇਲੂਇਆ। ਕਿਉਂਕਿ ਬਾਣੀ ਸਾਨੂੰ ਇੱਕ ਨਵਾਂ ਜਨਮ ਦਿੰਦੀ, ਬਾਣੀ ਸਾਨੂੰ ਰੱਬੀ ਰੂਪ ਦਿੰਦੀ, ਬਾਣੀ ਸਾਡੇ ਵਿੱਚ ਰੱਬੀ ਸੁਭਾਅ ਪੈਦਾ ਕਰਦੀ ਆ। ਤੇ ਜਿਨ੍ਹਾਂ ਵਿੱਚ ਇਹ ਹੋ ਜਾਂਦਾ ਆ, ਸਮਝ ਲਓ ਉਹਨਾਂ ਦਾ ਕੀ ਹੋ ਗਿਆ? ਨਵਾਂ ਜਨਮ ਹੋ ਗਿਆ। ਹਾਲੇਲੂਇਆ। ਸੋ ਇਸ ਇਨਸਾਨ ਨੂੰ ਅਗਰ ਇਹ ਪਾਪ ਨੂੰ ਮੰਨੇ, ਕਿਤੇ ਵੀ ਰਹਿਣ ਵਾਲਾ ਆ, ਅਗਰ ਇਹ ਪਾਪ ਨੂੰ ਮੰਨ ਲਵੇ ਤੇ ਕੀ ਹੋ ਜਾਂਦਾ ਆ? ਇਹਦੇ ਅੰਦਰ ਪ੍ਰਮਾਤਮਾ ਦਾ ਆਤਮਾ ਆ ਜਾਂਦਾ। ਹਾਲੇਲੂਇਆ। ਕੀ ਹੋ ਜਾਂਦਾ ਜੀ? ਆ ਚਿੱਟੇ ਰੰਗ ਦਾ ਜਿਹੜਾ ਆ, ਇਹ ਕੀ ਦਿਖਾਇਆ ਗਿਆ ਆ? ਪ੍ਰਮਾਤਮਾ ਦਾ ਆਤਮਾ, ਪਵਿੱਤਰ ਆਤਮਾ। ਕਿਹਦੇ ਅੰਦਰ ਆਉਂਦਾ ਆ? ਜਿਹੜਾ ਆਪਣੇ ਪਾਪ ਨੂੰ ਕੀ ਕਰ ਲੈਂਦਾ ਆ? ਮੰਨ ਲੈਂਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਉਹਦੇ ਅੰਦਰ ਪਵਿੱਤਰ ਆਤਮਾ ਆ ਜਾਂਦਾ। ਕੱਲਾ ਹੀ ਨਹੀਂ ਆਉਂਦਾ, ਬਾਣੀ ਵਾਲਾ ਬੀਜ ਵੀ ਲੈ ਕੇ ਆਉਂਦਾ, ਤਾਂ ਕਿ ਇਹ ਜਿਹੜਾ ਬੀਜ ਆ, ਜਿਹੜਾ ਮਰੀਅਮ ਦੀ ਕੁੱਖ ਦੇ ਵਿੱਚ ਗਿਆ ਸੀ, ਜਿਹਨੂੰ ਯਿਸੂ ਮਸੀਹ ਦੀ ਮਾਂ ਕਿਹਾ ਗਿਆ ਦੁਨਿਆਵੀ ਤੌਰ ਤੇ, ਜਦੋਂ ਮਰੀਅਮ ਦੀ ਕੁੱਖ ਦੇ ਵਿੱਚ ਇਹ ਬੀਜ ਗਿਆ ਸੀ ਨਾ ਬਾਣੀ ਦਾ, ਤੇ ਉਹਨੇ ਕਿਹਦਾ ਰੂਪ ਲੈ ਲਿਆ ਸੀਗਾ? ਯਿਸੂ ਮਸੀਹ ਦਾ। ਹਾਲੇਲੂਇਆ। ਮਰੀਅਮ ਨੇ ਤਾਂ ਉਹਨੂੰ ਆਪਣੀ ਕੁੱਖ ਵਿੱਚ ਰੱਖ ਕੇ ਪੈਦਾ ਕਰਕੇ ਰੱਖ ਦਿੱਤਾ ਸੰਸਾਰ ਵਿੱਚ, ਪਰ ਹੁਣ ਜਦੋਂ ਇਹ ਬੀਜ ਸਾਡੇ ਵਿੱਚ ਆ ਰਿਹਾ, ਇਹਨੂੰ ਪੈਦਾ ਕਰਕੇ ਸੰਸਾਰ ਵਿੱਚ ਨਹੀਂ ਰੱਖਣਾ, ਇਸ ਬੀਜ ਦੇ ਅਨੁਸਾਰ ਆਪਣੇ ਆਪ ਨੂੰ ਬਣਾ ਲੈਣਾ ਯਿਸੂ ਦੇ ਰੂਪ ਤੇ। ਹਾਲੇਲੂਇਆ। ਮਰੀਅਮ ਦੀ ਕੁੱਖ ਦੇ ਵਿੱਚ ਹੀ ਯਿਸੂ ਦਾ ਰੂਪ ਆਇਆ ਸੀਗਾ, ਪਰ ਸਾਡੇ ਪੂਰੇ ਵਜੂਦ ਦੇ ਵਿੱਚ ਯਿਸੂ ਦਾ ਰੂਪ ਆਉਣਾ ਆ। ਰੋਮ ਰੋਮ 'ਚ ਮਸੀਹ ਦਾ ਰੂਪ ਆਉਣਾ। ਹਾਲੇਲੂਇਆ। ਪਰ ਉਹ ਕਦੋਂ ਹੋਣਾ ਆ? ਜਦੋਂ ਅਸੀਂ ਆਪਣੇ ਪਾਪ ਨੂੰ ਕੀ ਕਰ ਲੈਣਾ ਆ? ਮੰਨ ਲੈਣਾ। ਹਾਲੇਲੂਇਆ। ਹਾਲੇਲੂਇਆ। ਸੋ ਜਦੋਂ ਪਾਪ ਮੰਨਦੇ, ਪਵਿੱਤਰ ਆਤਮਾ ਅੰਦਰ ਆਉਂਦਾ, ਵਚਨ ਦਾ ਬੀਜ ਆ ਜਾਂਦਾ। ਜਿੱਦਾਂ ਹੀ ਇੱਕ ਇਨਸਾਨ ਵਿੱਚ, ਚਾਹੇ ਹਿੰਦੂ ਹੋਵੇ, ਮੁਸਲਮਾਨ, ਸਿੱਖ ਹੋਵੇ, ਜਿਹੜਾ ਵੀ ਆਪਣੇ ਪਾਪ ਨੂੰ ਮੰਨ ਲੈਂਦਾ ਪ੍ਰਭੂ ਯਿਸੂ ਦੇ ਨਾਮ 'ਚ, ਉਹਦੇ ਅੰਦਰ ਪਵਿੱਤਰ ਆਤਮਾ ਆ ਜਾਂਦਾ, ਵਚਨ ਦਾ ਬੀਜ ਆ ਜਾਂਦਾ। ਇਸ ਬੰਦੇ ਦੀ ਹਾਲਤ ਪਤਾ ਕਿੱਦਾਂ ਦੀ ਹੋ ਜਾਂਦੀ? ਇੱਕ ਛੋਟੇ ਬੱਚੇ ਵਰਗੀ। ਦਿਸਦਾ ਕਿਸੇ ਨੂੰ ਪਿੱਛੇ? ਪਿੱਛੇ ਦਿਸਦਾ? ਹੱਥਾਂ ਦੇ ਵਿੱਚ ਕੁਛ ਹੈਗਾ? ਕੀ ਆ? ਆ ਬੋਲਿਓ ਜੀ, ਪਿੱਛੇ ਵਾਲੇ। ਆ ਕੁਛ ਹੱਥਾਂ ਵਿੱਚ ਪਿਆ ਆ, ਕੀ ਆ? ਦਿਸਦਾ ਕੁਛ? ਬੱਚਾ ਆ। ਹਾਲੇਲੂਇਆ। ਸੋ ਇਹਦਾ ਮਤਲਬ ਹੈ ਇਹ ਇਨਸਾਨ ਦੀ ਹਾਲਤ ਜਦੋਂ ਆਪਣੇ ਪਾਪ ਨੂੰ ਮੰਨ ਲੈਂਦਾ, ਕਿਹਦੇ ਵਰਗੀ ਹੋ ਜਾਂਦੀ ਆ? ਇੱਕ ਛੋਟੇ ਬੱਚੇ ਵਰਗੀ। ਹਾਲੇਲੂਇਆ। ਤੇ ਇਹ ਬੱਚਾ ਕਿਹਦੇ ਹੱਥ ਆ ਜਾਂਦਾ? ਪਿਤਾ, ਪੁੱਤਰ ਔਰ ਪਵਿੱਤਰ ਆਤਮਾ ਦੇ ਹੱਥ ਵਿੱਚ ਆ ਜਾਂਦਾ। ਹਾਲੇਲੂਇਆ। ਪਿਤਾ ਔਰ ਪਵਿੱਤਰ ਆਤਮਾ ਦੇ ਹੱਥ ਵਿੱਚ ਆ ਜਾਣਾ ਮਤਲਬ ਇੱਕ ਸੰਗਤੀ ਦੇ ਵਿੱਚ ਆ ਜਾਣਾ। ਇਹ ਫਿਰ ਬੱਚਾ ਜਿਹੜਾ ਆ, ਇਹ ਜਿਹੜਾ ਨਵਾਂ ਜਨਮ ਹੋ ਜਾਂਦਾ, ਇਹਨੂੰ ਇੱਕ ਸੱਚੀ ਸੰਗਤ ਦੀ ਲੋੜ ਪੈਂਦੀ ਆ, ਜਿੱਥੇ ਪੂਰਾ ਵਚਨ ਸੁਣਾਇਆ ਜਾਂਦਾ, ਜਿੱਥੇ ਖਾਲਸ ਵਚਨ ਦਿੱਤਾ ਜਾਂਦਾ ਆ। ਉੱਥੇ ਇਸ ਬੱਚੇ ਦੀ ਕੀ ਹੁੰਦੀ ਆ? ਗਰੋਥ ਹੋਣੀ ਸ਼ੁਰੂ ਹੋ ਜਾਂਦੀ ਆ, ਇਹਦੀ बढ़ती ਹੋਣੀ ਸ਼ੁਰੂ ਹੋ ਜਾਂਦੀ, ਵਧਣਾ ਸ਼ੁਰੂ ਹੋ ਜਾਂਦਾ। ਸੋ ਜਿੱਦਾਂ ਜਿੱਦਾਂ ਪ੍ਰਮਾਤਮਾ ਦੇ ਵਚਨ ਦਾ ਬੀਜ ਇੱਕ ਦਾਸ ਦੇ ਦੁਆਰਾ ਵਚਨ ਇਹਦੇ ਵਿੱਚ ਜਾਂਦਾ ਰਹਿੰਦਾ ਆ, ਪਵਿੱਤਰ ਆਤਮਾ ਇਹਦੇ ਅੰਦਰ ਪਹਿਲਾਂ ਹੀ ਆ ਗਿਆ ਆ, ਔਰ ਜਿੱਦਾਂ ਹੀ ਵਚਨ ਦਾ ਬੀਜ ਜਾਂਦਾ, ਇਹਨੂੰ ਲਾਂਬੂ ਲੱਗਣਾ ਸ਼ੁਰੂ ਹੋ ਜਾਂਦਾ। ਇਹ 'ਚ ਜਿੰਨੀਆਂ ਵੀ ਕਮੀਆਂ ਉਹ ਸੜਨੀਆਂ ਸ਼ੁਰੂ
ਹੋ ਜਾਂਦੀਆਂ ਤੇ ਅੰਦਰੋਂ ਜਿਹੜਾ ਰੱਬ ਦਾ ਰੂਪ ਆ ਉਹ ਇਹਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ। ਜਿੱਦਾਂ ਜਿੱਦਾਂ ਰੱਬ ਦੀ ਬਾਣੀ ਆਪਾਂ ਸੁਣਦੇ ਰਹਿੰਦੇ ਆ, ਅੰਦਰ ਜਿਹੜਾ ਪਾਪ ਦਾ ਖੋਲ ਆ ਉਹ ਖਤਮ ਹੁੰਦਾ ਜਾਂਦਾ। ਹਾਲੇਲੂਇਆ। ਪਾਪ ਦਾ ਵਜੂਦ ਜਿਹੜਾ ਅੰਦਰੋਂ ਖਤਮ ਹੁੰਦਾ ਜਾਂਦਾ ਆ, ਅੰਦਰ ਇਹ ਰੂਪ ਬਣਨਾ ਸ਼ੁਰੂ ਹੋ ਜਾਂਦਾ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ, ਜੇਕਰ ਇਹ ਵੱਧਦਾ ਵੱਧਦਾ ਆ ਜਿਹੜਾ ਰੂਪ ਆ ਅੰਦਰ ਰੱਬ ਦਾ, ਇਹ ਵੱਧਦਾ ਵੱਧਦਾ ਇਹਦੇ ਪੈਰਾਂ ਤੱਕ ਆ ਜਾਵੇ ਤੇ ਇਹ ਕਿਹਦੇ ਵਾਂਗੂ ਚੱਲੂਗਾ? ਪਰਮੇਸ਼ਰ ਵਾਂਗੂ। ਹਾਲੇਲੂਇਆ। ਪਰਮੇਸ਼ਰ ਵਾਂਗੂ ਮਤਲਬ ਯਿਸੂ ਮਸੀਹ ਵਾਂਗੂ, ਕਿਉਂਕਿ ਇਹਦੇ ਚ ਕਿਹਦਾ ਰੂਪ ਆਇਆ ਹੈ? ਯਿਸੂ ਮਸੀਹ ਦਾ। ਸੋ ਇਹ ਵੱਧ ਕੇ ਜੇ ਇਹਦੀਆਂ ਅੱਖਾਂ ਚ ਆ ਜਾਵੇ ਕਿਹਦੇ ਵਾਂਗੂ ਦੇਖੂ? ਇਹਦੀ ਜ਼ੁਬਾਨ ਤੇ ਆ ਜਾਵੇ ਕਿਹਦੇ ਵਾਂਗੂ ਬੋਲੂ? ਇਹਦੇ ਕੰਨਾਂ ਚ ਆ ਜਾਵੇ ਕਿਹਦੇ ਵਾਂਗੂ ਸੁਣੂ? ਹਾਲੇਲੂਇਆ। ਇਹਦੇ ਦਿਮਾਗ ਵਿੱਚ ਆ ਜਾਵੇ ਤੇ ਕਿਹਦੇ ਵਾਂਗੂ ਸੋਚੂ? ਤੇ ਦੱਸੋ ਵੀ ਇਦਾਂ ਸੋਚਣਾ? ਹਾਲੇਲੂਇਆ। ਦੱਸੋ ਕੋਈ ਇਦਾਂ ਚਾਹੁੰਦਾ ਹੈ ਅੱਜ ਹੋ ਜਾਵੇ ਮੇਰੇ ਨਾਲ, ਉਹਦਾ ਰੂਹ ਮੈਨੂੰ ਛੂ ਜਾਏ, ਉਹਦਾ ਰੂਹ ਮੇਰੇ ਅੰਦਰ ਆ ਜਾਏ ਔਰ ਉਹਦੇ ਜਲਾਲ ਦੇ ਨਾਲ ਮੈਂ ਭਰ ਜਾਵਾਂ। ਔਰ ਖੁਦਾ ਸਾਨੂੰ ਇਸ ਪਿੰਡ ਦੇ ਵਿੱਚ ਜਦੋਂ ਲੈ ਕੇ ਆਇਆ ਆ ਤੇ ਜਿਨ੍ਹਾਂ ਨੇ ਇਹ ਬਾਣੀ ਸੁਣ ਲਈ, ਸਾਰਿਆਂ ਦੀਆਂ ਜ਼ਿੰਦਗੀਆਂ ਪਰਿਵਾਰਾਂ ਦੇ ਵਿੱਚ ਇੱਕ ਵੱਡਾ ਬਰਕਤ ਦਾ ਕਾਰਨ ਹੋ ਜਾਏ। ਹਾਲੇਲੂਇਆ। ਤੇ ਚਲੋ ਆਓ ਫਿਰ ਧੰਨਵਾਦ ਕਰੀਏ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਾਰੇ ਜਣੇ ਮੂੰਹ ਖੋਲ ਕੇ ਧੰਨਵਾਦ ਕਰ ਸਕਦੇ ਹੋ। ਪ੍ਰਭੂ ਤੁਹਾਨੂੰ ਇਸੇ ਟਾਈਮ ਆਪਣੇ ਪਵਿੱਤਰ ਆਤਮਾ ਨਾਲ ਭਰ ਦੇਗਾ, ਤੁਹਾਡੀਆਂ ਜ਼ੁਬਾਨਾਂ ਨੂੰ ਗੈਰ ਜ਼ੁਬਾਨਾਂ ਕਰ ਦੇਗਾ। ਉਹ ਸਾਮਰਥੀ ਪਿਤਾ ਆ ਜਿਹੜਾ ਉਹਦੀ ਇਮਾਨ ਦੇ ਨਾਲ ਸੁਣਦਾ, ਧਿਆਨ ਦੇ ਨਾਲ ਸੁਣਦਾ, ਪਰਮੇਸ਼ਰ ਉਹਨੂੰ ਸ਼ੁੱਧ ਕਰ ਦਿੰਦਾ ਆ। ਹਾਲੇਲੂਇਆ। ਦੁਨੀਆ ਦੀ ਕੋਈ ਤਾਕਤ ਉਹਨੂੰ ਸ਼ੁੱਧ ਹੋਣ ਤੋਂ ਰੋਕ ਨਹੀਂ ਸਕਦੀ। ਹਾਲੇਲੂਇਆ, 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 ਹਾਲੇਲੂਇਆ। ਦਾ ਪਾਵਰ ਰੱਖੋ ਲਾ 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 ਬਾਦਸ਼ਾਹ। ਆਪਣੇ ਹੱਥਾਂ ਨੂੰ ਇਸਤੇਮਾਲ ਕਰਦੇ ਹੋਏ, ਮੂੰਹ ਨੂੰ ਇਸਤੇਮਾਲ ਕਰਦੇ ਹੋਏ, ਜ਼ੋਰ ਸੇ ਤਾਲੀਆਂ ਵਜਾਉਂਦੇ ਹੋਏ ਪ੍ਰਭੂ ਦੀ ਮਹਿਮਾ ਕਰੀਏ ਔਰ ਉਹਦੇ ਪਵਿੱਤਰ ਆਤਮਾ ਨਾਲ ਭਰ ਜਾਈਏ। ਹਾਲੇਲੂਇਆ। ਕਹੋ ਪ੍ਰਭੂ ਮੈਨੂੰ ਆਪਣੇ ਆਤਮਾ ਨਾਲ ਭਰ ਦੇ, ਮੇਰੇ ਆਤਮਾ ਨੂੰ ਸ਼ੁੱਧ ਕਰ ਦੇ, ਮੇਰੀ ਆਤਮਾ ਦਾ ਮੇਲ ਤੇਰੀ ਆਤਮਾ ਨਾਲ ਹੋ ਜਾਏ। ਹਾਲੇਲੂਇਆ, 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 ਹਾਲੇਲੂਇਆ। ਓ ਲਾ 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 ਬਾਸ਼ਾ ਰਾ 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 ਪਤਾ। ਸਭ ਮੂੰਹ ਖੋਲੀਏ, ਗਰਮੀ ਦੀ ਪਰਵਾਹ ਨਾ ਕਰੀਏ। ਪ੍ਰਭੂ ਨੇ ਤੁਹਾਨੂੰ ਮੌਕਾ ਦਿੱਤਾ ਆ, ਮੌਕਾ ਹੱਥੋਂ ਨਾ ਗਵਾਈਏ। ਵੇਲਾ ਰਹਿਣ ਤੋਂ ਹੱਥੋਂ ਨਾ ਗਵਾਈਏ, ਫੇਰ ਰੋਣਾ ਚੰਗੀ ਗੱਲ ਨਹੀਂ। ਹਾਲੇਲੂਇਆ, 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 ਹਾਲੇਲੂਇਆ। ਅੱਜ ਆਪਣਾ ਦੁੱਖੜਾ ਆਪਣੇ ਪ੍ਰਭੂ ਦੇ ਅੱਗੇ ਰੋ ਦਿਓ। ਅੱਜ ਉਹਦੇ ਕੋਲ ਆਪਣੀ ਸਾਮਰਥ ਲੈ ਲਓ, ਆਪਣੇ ਹਿੱਸੇ ਦਾ ਅਭਿਸ਼ੇਕ ਲੈ ਲਓ ਤਾਂ ਕਿ ਤੁਹਾਡੇ ਜੂਲੇ ਟੁੱਟ ਜਾਣ, ਤਾਂ ਕਿ ਪ੍ਰਭਾਵ ਨਸ਼ਟ ਹੋ ਜਾਣ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਹਰੇਕ ਦਾ ਨੂੰ ਆਪਣੇ ਪਵਿੱਤਰ ਆਤਮਾ ਦੀ ਭਰਪੂਰੀ ਬਖਸ਼ ਦਿਓ। ਮੈਂ ਤੇਰਾ ਦਾਸ ਹੋਣ ਦੇ ਨਾਤੇ, ਦਿੱਤੇ ਹੋਏ ਅਖਤਿਆਰ ਦੇ ਨਾਤੇ ਇੱਕ ਇੱਕ ਲਈ ਪਵਿੱਤਰ ਆਤਮਾ ਦੀ ਸਾਮਰਥ ਮੰਗ ਲੈਣਾ ਆ। ਉਹ ਜਿਨ੍ਹਾਂ ਦੇ ਕੰਨਾਂ ਤੱਕ ਆਵਾਜ਼ ਆ ਰਹੀ ਹੈ ਪ੍ਰਭੂ, ਹਰ ਜਨ ਤੇਰਾ ਪਵਿੱਤਰ ਆਤਮਾ ਭਰ ਜਾਏ। ਰਬਾ ਲਾ 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 ਬਾ ਰਾ ਬਾ ਦਾ 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 ਬਾ ਦਾ 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 ਰਾ 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 ਬਾ ਸੋਰ ਰ ਰ ਰ ਬਸ਼ਾ ਲੈ 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 ਬਦੇ ਰੇ ਬਦੇ ਰੇ ਬਦੇ ਰੇ ਬਦੇ ਲਾ ਲਾ ਰੇ। ਜ਼ੋਰ ਸੇ ਤਾਲੀ ਬਜਾਉਂਦੇ ਹੋਏ, जोर से ताली बजाते हुए, पवित्र आत्मा की आग पाते हुए। ओ लॉर्ड ब्रिखे शेखे ले 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 रे बेसे दे पानी दुकान दिया, तेरी पानी नु पीन दिया, तेरी बाणी नु खाण दिया, तेरी बाणी नु पीन दिया। मेरी आंखों आयशा ने, मेरी आंखों आयशा ने, मेरी आंखों आयशा ने यसु तेरे नाल जीण दिया, यसु तेरे नाल जीण दिया, यसु तेरे नाल जीण दिया, यसु तेरे नाल जीण दिया। फुल टाणी उत्ते जचदे ने, फुल टाणी उत्ते जचदे ने, फुल टाणी उत्ते जचदे ने, फुल टाणी उत्ते जचदे ने। आ फुल टाणी उत्ते जचदे ने, फुल टाणी उत्ते जचदे ने, फुल टाणी
ਯਿਸੂ ਨੂੰ ਕਬੂਲ ਵੀ ਜਿਹੜੇ ਬਸ ਉਹੀ ਲੋਕੀ ਬਚਦੇ ਨੇ 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 ਤੇਰੀ ਬਾਣੀ ਨੂੰ ਖਾਣ ਦਿਆ ਤੇਰੀ ਬਾਣੀ ਨੂੰ ਪੀਣ ਦਿਆ ਤੇਰੀ ਬਾਣੀ ਨੂੰ ਖਾਣ ਦਿਆ ਤੇਰੀ ਬਾਣੀ ਨੂੰ ਪੀਣ 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 ਦਿਆ ਧੰਨਵਾਦ ਕਰੀਏ ਪ੍ਰਭੂ ਦਾ। ਹਾਲੇਲੂਇਆ। ਅੱਜ ਪ੍ਰਭੂ ਤੁਹਾਡੇ ਤੇ ਉਹ ਰਹਿਮ ਕਰਨਾ ਚਾਹੁੰਦਾ ਆ ਜਿਹਦੇ ਲਈ ਤੁਹਾਨੂੰ ਸੱਦਿਆ। ਅੱਜ ਉਹ ਬੰਧਨ ਤੋੜਨਾ ਚਾਹੁੰਦਾ ਆ ਜਿਹਦੇ ਲਈ ਤੁਹਾਨੂੰ ਸੱਦਿਆ ਆ। ਹਾਲੇਲੂਇਆ। ਪ੍ਰਭੂ ਕੋਈ ਜਨ ਖਾਲੀ ਨਾ ਜਾਏ ਪ੍ਰਭੂ, ਹਰ ਜਨ ਦੀ ਝੋਲੀ ਭਰ ਜਾਏ ਪ੍ਰਭੂ, ਹਰ ਇੱਕ ਜਨ ਨੂੰ ਖੁਦਾਵੰ ਉਹ ਮੱਸਾ ਮਿਲ ਜਾਏ ਜਿਹਦੇ ਨਾਲ ਹਰ ਪ੍ਰਕਾਰ ਦੇ ਬੰਧਨ ਟੁੱਟ ਜਾਣ ਪ੍ਰਭੂ। ਕੰਮ ਧੰਦੇ ਦੇ ਬੰਧਨ ਟੁੱਟ ਜਾਣ, ਜਿਸਮ ਦੇ ਬੰਧਨ ਟੁੱਟ ਜਾਣ, ਰੋਗਾਂ ਦੇ ਬੰਧਨ ਟੁੱਟ ਜਾਣ, ਉਹ ਜੋ ਹਨੇਰੇ ਦੀਆਂ ਸ਼ਕਤੀਆਂ ਨੇ ਬੰਨਿਆ ਹੋਇਆ ਉਹ ਨਾਸ਼ ਹੋ ਜਾਣ। ਹਰੇਕ ਜਨ ਨੂੰ ਖੁਦਾਵੰ ਤਾਜ਼ਾ ਬਰਕਤ ਮਿਲ ਜਾਏ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਆਮੀਨ। ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਬਖਸ਼ਿਸ਼ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਮੁਕੱਸਰ ਨਾਲ ਨਾ ਹੁੰਦੀ ਰਵੇ। ਆਮੀਨ। ਹਾਲੇਲੂਇਆ। ਪ੍ਰਭੂ ਸਾਰਿਆਂ ਨੂੰ ਆਸ਼ੀਸ਼ ਦੇਵੇ।